ਸਤਿ ਸ਼੍ਰੀ ਅਕਾਲ ਜੀ, ਬਹੁਤ-ਬਹੁਤ ਸਵਾਗਤ ਤੁਹਾਡਾ ਸਾਡੇ ਇਸ ਖਾਸ ਪ੍ਰੋਗਰਾਮ ਕਿੰਜਵਾ ਪ੍ਰਦੇਸ਼ ਲੈ ਕੇ ਹਾਜ਼ਰ ਹੋ ਗਏ ਜੀ ਸੇਮ ਉਸੇ ਟਾਈਮ ਤੇ। ਸੋ ਗੱਲਾਂ ਉਹੀ ਰਹਿੰਦੀਆਂ ਨੇ, ਆਲਮੋਸਟ ਕੰਟਰੀਜ਼ ਵੀ ਉਹੀ ਰਹਿੰਦੀਆਂ ਨੇ, ਪਰ ਹਰ ਵੀਕ ਹਰ ਰੋਜ਼ ਆਲਮੋਸਟ ਸ਼ੋਅ ਲੈ ਕੇ ਹਾਜ਼ਰ ਹੁੰਦੇ ਆ ਕਿਉਂਕਿ ਨਵੀਆਂ ਅਪਡੇਸ਼ਨ ਆਉਂਦੀਆਂ ਰਹਿੰਦੀਆਂ ਨੇ। ਬੱਚੇ ਨਵੇਂ ਸਾਡੇ ਸ਼ੋਅ ਦੇ ਨਾਲ ਜੁੜਦੇ ਰਹਿੰਦੇ ਨੇ, ਉਹਨਾਂ ਨੂੰ ਨਵੀਂ ਜਾਣਕਾਰੀ ਦੀ ਬਹੁਤ ਜ਼ਰੂਰਤ ਹੁੰਦੀ ਹੈ। ਸੋ ਇਸੇ ਕਰਕੇ ਸ਼ੋਅ ਲੈ ਕੇ ਹਾਜ਼ਰ ਹੁੰਦੇ ਆ ਜੀ ਹਰ ਰੋਜ਼ ਇਸੇ ਟਾਈਮ ਤੇ। ਤੁਸੀਂ ਜ਼ਰੂਰ ਦੇਖਣਾ, ਬਿਲਕੁਲ ਨਹੀਂ ਭੁੱਲਣਾ, ਕਿਉਂਕਿ ਤੁਹਾਡੇ ਫਿਊਚਰ ਦੀ ਗੱਲ ਹੁੰਦੀ ਆ। परदेस जाना अज के टाइम च हर एक का ड्रीम है, तो परदेस जाने के इस ड्रीम को पूरा करने की साडा शो किंजवा प्रदेश कोशिश करता है। सो अज ही साई ओवरसीज़ के ऑफिस के पहुंचे असीं हमेशा की तरह। मिस्टर बलजिंदर सहगल जी साडे नाल होणगे। गल जिहड़ी होएगी कंट्रीज़ नूं लैके, यूके नूं गल करांगी, सिंगापुर नूं लैके भी मैं गल करांगी नाल दी नाल। ते पर तुसीं ये करना है कि तुहाडे नंबर जिहड़े नीचे फ्लैश हो रहे हैं, इन्हां नंबर ते तुसीं कॉल करनी है। अपना सवाल इस शो दे विच लाइव तुसीं पुछ सकते हैगे हो। सो स्वागत कर लैने हैं जी, होर देर नहीं करते। हेलो सर, वेलकम टू द शो। थैंक यू मैम, थैंक यू। प्रोग्राम देख रहे सारे व्यूवर्स ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਆਈ ਹੋਪ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਚ ਹੋਵੋਗੇ जी। सो जी तुसी जल्दी कॉल करनी शुरू करो, उदों तक मैं अपने सवाल पूछदी हां। अच्छा सर, यूके तो आपां शुरुआत करते हैं कि इस टाइम की सिनेरियो हुण चल रहा बच्चे? ਇਸ ਟਾਈਮ ਸਿਨੈਰੀਓ ਬਹੁਤ ਅੱਛਾ ਮੈਮ, ਕਿਉਂਕਿ ਮੈਂ ਲਾਸਟ ਵੀ ਸ਼ੋਅ ਹੀ ਦੱਸ ਰਿਹਾ ਸੀ ਕਿ ਸਾਡੇ 100% ਵੀਜ਼ਾ ਆਏ ਨੇ, ਇੱਕ ਸਿੰਗਲ ਵੀਜ਼ਾ ਵੀ ਯੂਕੇ ਦਾ ਰਿਫਿਊਜ਼ ਨਹੀਂ ਹੈ। ਸੋ ਕਾਫੀ ਜ਼ਿਆਦਾ ਵੀਜ਼ੇ ਜਦੋਂ ਅਸੀਂ ਕਲਾਇੰਟ ਨੂੰ ਮਿਲ ਰਹੇ ਹਾਂ ਤਾਂ ਕਲਾਇੰਟ ਇਸ ਚੀਜ਼ ਨੂੰ ਐਪਰੀਸ਼ੀਏਟ ਕਰਦਾ ਹੈ ਸਰ ਕਿ ਤੁਸੀਂ ਪੇਮੈਂਟ ਸਾਰੀ ਵੀਜ਼ਾ ਲੱਗਣ ਤੋਂ ਬਾਅਦ ਲੈ ਰਹੇ ਹੋ। ਸੋ ਸਾਈ ਓਵਰਸੀਜ਼ ਤੁਹਾਡੇ ਕੋਲ ਅਗਰ ਤੁਸੀਂ ਅਪਲਾਈ ਕਰਦੇ ਹੋ ਤਾਂ ਕਾਫੀ ਜ਼ਿਆਦਾ ਯੂਨੀਵਰਸਿਟੀਜ਼ ਦੀ ਆਪਸ਼ਨ ਹੈ। ਅਗਰ ਤੁਸੀਂ ਜਿਹੜੀ ਯੂਨੀਵਰਸਿਟੀਜ਼ ਅਸੀਂ ਤੁਹਾਨੂੰ ਦੇ ਰਹੇ ਹਾਂ ਉਹ ਯੂਨੀਵਰਸਿਟੀ ਪੈਸੀਫਿਕ ਉਸੇ ਯੂਨੀਵਰਸਿਟੀ ਦੇ ਵਿੱਚ ਅਗਰ ਤੁਸੀਂ ਅਪਲਾਈ ਕਰਦੇ ਹੋ ਤਾਂ ਤੁਹਾਡੇ ਕੋਲ ਜਿਹੜੀ ਟਿਊਸ਼ਨ ਫੀਸ ਹੈ ਉਹ ਤੁਸੀਂ ਵੀਜ਼ਾ ਲੱਗਣ ਤੋਂ ਬਾਅਦ ਯੂਨੀਵਰਸਿਟੀ ਨੂੰ ਪੇ ਕਰੋਗੇ। ਸੋ ਉਹਦੇ 'ਚ ਅਸੀਂ ਤੁਹਾਨੂੰ ਜਿਹੜੀ ਤੁਹਾਡੀ ਐਮਬੈਸੀ ਫੀਸ, ਤੁਹਾਡਾ NHS ਖੁਦ ਸਾਡੀ ਕੰਪਨੀ ਪੇ ਕਰੇਗੀ, ਔਰ ਉਹ ਵੀ ਤੁਸੀਂ ਵੀਜ਼ਾ ਲੱਗਣ ਤੋਂ ਬਾਅਦ ਹੀ ਸਾਈ ਓਵਰਸੀਜ਼ ਨੂੰ ਪੇ ਕਰਨਾ ਹੈ। ਸੋ ਅਗਰ ਮੈਂ ਸਿਨੈਰੀਓ ਦੀ ਗੱਲ ਕਰਾਂ ਐਟ ਪ੍ਰੈਜ਼ੈਂਟ, ਅਗਰ ਮੈਂ ਕੈਨੇਡਾ ਦੀ ਜਾਂ ਅਸੀਂ ਆਸਟ੍ਰੇਲੀਆ ਦੇ ਆਫ ਦਾ ਰਿਕਾਰਡ ਮੈਂ ਗੱਲ ਕਰ ਰਹੀ ਸੀ ਕਿ ਮੈਂ ਪੁੱਛ ਰਹੀ ਸੀ ਬਹੁਤ ਜ਼ਿਆਦਾ ਰਿਫਿਊਜ਼ਲਸ ਆ ਰਹੀਆਂ ਕੈਨੇਡਾ ਦੀ ਔਰ ਆਸਟ੍ਰੇਲੀਆ ਦੀ ਵੀ। तो वही रीज़न है कि आज की डेट में मैं यूके ਨੂੰ ज़्यादा प्रमोट कर रहा, आस्ट्रेलिया और कैनेडा में उन्ना ज़्यादा प्रमोट नहीं कर रहा, क्योंकि लास्ट जो मैं सिनेरियो देख रहा मार्केट तो बहुत ज़्यादा रिफ्यूजल्स आई हैं। सो बहुत सारे रिफ्यूजल्स के नाल बच्चे विजिट कर रहे हैं साडे ऑफिस की, असीं हुण यूके अप्लाई करना चाह रहे हैं। सो 6, 6.5 बैंड 7 बैंड वाली भी कैनेडा ਦੇ ਵਿੱਚ रिफ्यूजल्स है। ਆਸਟ੍ਰੇਲੀਆ ਦੀ ਗੱਲ ਕਰਾਂ, ਆਸਟ੍ਰੇਲੀਆ ਦੀ ਰਿਫਿਊਜ਼ਲਸ ਬਹੁਤ ਜ਼ਿਆਦਾ ਆਈਆਂ ਬਿਕੋਜ਼ ਆਫ ਕਿ ਹਰਿਆਣਾ ਸਾਈਡ ਤੇ, ਜੋ ਕਿ ਤੁਸੀਂ ਬਹੁਤ ਅੱਛੇ ਨੌਲੇਜ ਰੱਖਦੇ ਹੋ, ਕਿ ਬਹੁਤ ਸਾਰੇ ਕੰਸਲਟੈਂਟਸ ਨੇ ਫੇਕ ਫੰਡ, ਫੇਕ ਡਾਕੂਮੈਂਟ, ਫੇਕ ਆਇਲਸ PT ਫੇਕ ਲਗਾ ਕੇ ਬੱਚਿਆਂ ਦਾ ਅਪਲਾਈ ਕੀਤਾ ਔਰ ਕੁਝ ਬੱਚਿਆਂ ਦੇ ਵੀਜ਼ੇ ਅਪਰੂਵ ਵੀ ਹੋਏ, ਲੇਕਿਨ ਉਹਨਾਂ ਨੂੰ ਬਾਅਦ 'ਚ ਉੱਥੋਂ ਡਿਪੋਰਟ ਕੀਤਾ ਗਿਆ। ਸੋ ਦੈਟਸ ਵਾਈ ਉਹ ਅੱਜ ਉਹ ਸਾਰੀ ਬੈਂਡ ਜਿਹੜੀ ਰਿਫਿਊਜ਼ ਹੋਈ ਹੈ ਸਾਰੀ ਦੀ ਸਾਰੀ ਯੂਕੇ ਅਪਲਾਈ ਕਰ ਰਹੀ ਹੈ। ਸੋ ਇੱਕ ਚੀਜ਼ ਨੂੰ ਅੱਛੀ ਤਰ੍ਹਾਂ ਜ਼ਰੂਰ ਸਮਝਣਾ ਕਿ ਮੈਮ ਹੁਣ ਇਸ ਟਾਈਮ ਜਿਹੜਾ ਕਿ ਨਾਰਮਲ ਅਗਰ ਅਸੀਂ ਗੱਲ ਕਰੀਏ 2021 ਜਾਂ 2020 ਜਾਂ 2019 ਦੀ ਗੱਲ ਕਰਾਂ, ਅਗਰ ਬੱਚਾ ਸੈਪਟੈਂਬਰ ਇਨਟੇਕ ਦੇ ਵਿੱਚ ਅਪਲਾਈ ਕਰਦਾ ਸੀ ਤਾਂ ਅਗਸਤ ਤੱਕ ਜਿਹੜੀ ਕਿ ਯੂਨੀਵਰਸਿਟੀਜ਼ ਦੇ ਕੋਲ ਆਫਰ ਲੈਟਰ ਅਸੀਂ ਮੰਗਵਾ ਰਹੇ ਸੀ। ਸੋ ਟਾਈਮ ਸੀ ਸਾਡੇ ਕੋਲ, ਲੇਕਿਨ ਹੁਣ ਜੋ ਸਿਨੈਰੀਓ ਹੈ ਕਿ ਬਹੁਤ ਜ਼ਿਆਦਾ ਰਸ਼ ਹੈ। ਹਰ ਬੱਚਾ ਕੈਨੇਡਾ, ਆਸਟ੍ਰੇਲੀਆ ਤੋਂ ਰਿਫਿਊਜ਼ ਹੋਣ ਤੋਂ ਬਾਅਦ ਹੁਣ ਯੂਕੇ ਅਪਲਾਈ ਕਰ ਰਿਹਾ। ਸੋ ਅਗਰ ਤੁਸੀਂ ਸੈਪਟੈਂਬਰ ਇਨਟੇਕ ਵਿੱਚ ਅਪਲਾਈ ਕਰਨਾ, ਬਹੁਤ ਜ਼ਿਆਦਾ ਯੂਨੀਵਰਸਿਟੀਜ਼ ਦੀ ਡੈਡਲਾਈਨ ਮਈ 'ਚ ਹੈ। ਸੋ ਤੁਸੀਂ ਐਜ਼ ਸੂਨ ਐਜ਼ ਪੋਸੀਬਲ ਅਪਲਾਈ ਕਰੋ ਅਗਰ ਤੁਸੀਂ ਯੂਕੇ ਅਪਲਾਈ ਕਰਨਾ ਚਾਹ ਰਹੇ ਹੋ। ਬਿਲਕੁਲ ਜੀ ਸਰ, ਆਪਾਂ ਕਾਲਰ ਲੈਣੇ ਆ ਫਿਰ ਯੂਕੇ ਨੂੰ ਲੈ ਕੇ ਹੋਰ ਗੱਲ ਕਰਾਂਗੇ। ਹੈਲੋ, ਸਤਿ ਸ਼੍ਰੀ ਅਕਾਲ। मैं परमजीत कौर गल कर रही हूँ पटियाले तो। हाँ जी परमजीत जी, दसो की सवाल है? हाँ जी मैम, मैं यूके का मतलब स्टडी वीज़ा करना चाहती हूँ। ठीक है जी। हाँ जी, +2 मैं 2020 की 88% मेरे मार्क्स थे। मैं पूछना कि विदाउट आयल्स हो जाएगा मेरा? इंग्लिश चो कितने % मार्क्स आए सीगे? मैम 61%। 61% और विदाउट आयल्स जाना चाਹੁੰਦੇ ਹੋ। 2020 ਤੋਂ ਬਾਅਦ ਕੀ ਕੀਤਾ ਤੁਸੀਂ 2 ਸਾਲ? मैं फिलहाल तो कुछ नहीं किया जी, वेली है। ओके ठीक है, ਤੇ ਅੱਗੇ ਕੋਈ ਲੋਕੇਸ਼ਨ ਦੀ ਪ੍ਰੈਫਰੈਂਸ ਹੈਗੀ ਹੈ? नहीं मैम, विदाउट लोकेशन जस्ट यूके रहना, लोकेशन कोई भी हो जाए। ओके ठीक है जी। टीवी ਸਕਰੀਨ ਤੇ ਆਨਸਰ ਸੁਣ ਸਕਦੇ ਹੋ ਤੁਸੀਂ ਪਰਮਜੀਤ ਜੀ। ਸੋ ਜ਼ਰੂਰ ਮੈਂ ਚੀਜ਼ ਜ਼ਰੂਰ ਕਹਿਣਾ ਚਾਹਾਂਗਾ ਸਾਰੇ ਵੀਵਰਸ ਨੂੰ ਜਿਹੜੇ ਵੀ ਪ੍ਰੋਗਰਾਮ ਦੇਖ ਰਹੇ ਨੇ ਕਿ ਅਗਰ ਤੁਹਾਡਾ ਗੈਪ ਜ਼ਿਆਦਾ ਹੈ, ਵਿਦਾਊਟ ਆਇਲਸ ਤੁਸੀਂ ਅਪਲਾਈ ਕਰ ਰਹੇ ਹੋ ਔਰ ਯੂਕੇ ਜਾਣਾ ਚਾਹ ਰਹੇ ਹੋ, ਤਾਂ ਕਾਫੀ ਜ਼ਿਆਦਾ ਬੱਚੇ ਆਉਂਦੇ ਕਿ ਨਹੀਂ, ਬੜੇ ਚੂਜ਼ੀ ਬੱਚੇ ਕਿ ਅਸੀਂ ਇਸ ਯੂਨੀਵਰਸਿਟੀ ਔਰ ਇਸ ਲੋਕੇਸ਼ਨ ਦੇ ਵਿੱਚ ਹੀ ਅਪਲਾਈ ਕਰਨਾ ਚਾਹ ਰਹੇ ਹਾਂ। ਸੋ ਕਿਤੇ ਨਾ ਕਿਤੇ ਉਹ ਮੁਸ਼ਕਿਲ ਹੈ, ਕਿਉਂਕਿ ਅੱਜ ਅਗਰ ਮੈਂ ਪੰਜਾਬ ਔਰ ਹਰਿਆਣਾ ਦੀ ਗੱਲ ਕਰਾਂ ਤਾਂ ਮੈਕਸਿਮਮ ਜਿਹੜੇ ਕੰਸਲਟੈਂਟਸ ਹੈ ਪੰਜਾਬ ਔਰ ਹਰਿਆਣਾ ਦੇ ਜਿਹੜੇ ਸਟੂਡੈਂਟਸ ਵਾਸਤੇ ਕਹਿ ਰਹੇ ਨੇ ਕਿ ਵਿਦਾਊਟ ਆਇਲਸ ਆਪਸ਼ਨ ਨਹੀਂ ਹੈ। ਲੇਕਿਨ ਸਾਈ ਓਵਰਸੀਜ਼ ਸਟਿਲ ਅੱਜ ਵੀ ਤੁਹਾਡੇ ਕੋਲ 1-2 ਯੂਨੀਵਰਸਿਟੀਜ਼ ਦੀ ਆਪਸ਼ਨ ਲੈ ਕੇ ਆਇਆ ਹੋਇਆ ਹੈ ਕਿ ਅਗਰ ਤੁਸੀਂ ਵਿਦਾਊਟ ਆਇਲਸ ਤੁਹਾਡੇ 65% ਮਾਰਕਸ ਹੈ ਇੰਗਲਿਸ਼ ਵਿੱਚ
ਜਾਂ ਤੁਹਾਡੇ ਓਵਰਆਲ ਜਿਹੜੇ ਹੈ ਕਿ 60 ਤੋਂ ਅਬਵ ਹੈ, ਡੈਫੀਨਿਟਲੀ ਤੁਸੀਂ ਅਪਲਾਈ ਕਰ ਸਕਦੇ ਹੋ। ਵਿਦਆਊਟ ਆਇਲਸ ਤੁਸੀਂ ਸਿੰਗਲ ਕੇਸ ਅਪਲਾਈ ਕਰਨਾ ਹੈ, ਸਪਾਊਸ ਕੇਸ ਅਪਲਾਈ ਕਰਨਾ ਹੈ। ਤੁਹਾਨੂੰ ਵੀਜ਼ੇ ਦੀ ਸ਼ੋਰਟੀ ਇਸ ਵੇ ਨਾਲ ਮੈਂ ਦੇ ਰਿਹਾ ਕਿ ਤੁਸੀਂ ਪਹਿਲੇ ਕੋਈ ਪੇਮੈਂਟ ਨਹੀਂ ਕਰਨੀ। ਪਰ ਸਰ +2 ਵਾਲੇ ਸਪਾਊਸ ਤਾਂ ਨਹੀਂ, ਮੈਂ +2 ਦੀ ਸਪਾਊਸ ਦੀ ਗੱਲ ਕਰ ਰਿਹਾ, ਮੈਂ ਗ੍ਰੈਜੂਏਟ ਦੀ ਮੈਂ ਓਵਰਆਲ ਦੱਸ ਰਿਹਾ ਕਿ ਅਗਰ 10+2 ਵਾਲਾ ਬੱਚਾ ਜਾਂ ਗ੍ਰੈਜੂਏਟ ਬੱਚਾ ਵਿਦਆਊਟ ਆਇਲਸ ਅਪਲਾਈ ਕਰਨਾ ਚਾਹ ਰਿਹਾ, ਤੁਹਾਡੇ ਕੋਲ ਆਪਸ਼ਨ ਹੈ। 10+2 ਵਾਲਾ ਸਪਾਊਸ ਉਦੋਂ ਬੱਚਾ ਨਾਲ ਲੈ ਕੇ ਜਾਏਗਾ ਜਦੋਂ ਪਹਿਲੇ ਵੀਜ਼ਾ ਆਪਣਾ ਅਪਰੂਵ ਹੋ ਜਾਏਗਾ। ਉੱਥੇ ਜਾਣ ਤੋਂ ਬਾਅਦ 3 ਮੰਥ ਬਾਅਦ ਜਿਹੜਾ ਆਪਣਾ ਅਪਲਾਈ ਕਰੇਗਾ ਤਾਂ ਉਸ ਬੱਚੇ ਦਾ, ਉਸ ਹਸਬੈਂਡ ਦਾ ਉਹਦਾ ਡਿਪੈਂਡੈਂਟ ਵੀਜ਼ਾ ਨਹੀਂ ਲੱਗੇਗਾ, ਉਹ ਵਿਜ਼ਟਰ ਵੀਜ਼ਾ ਲੱਗੇਗਾ। ਕਿਉਂਕਿ ਕਈ ਵਾਰੀ ਕੰਸਲਟੈਂਟ ਥੋੜਾ ਮਿਸਗਾਈਡ ਕਰ ਦਿੰਦੇ ਆ ਕਿ ਤੁਹਾਨੂੰ ਵਰਕ ਪਰਮਿਟ ਮਿਲੇਗਾ। ਵਰਕ ਪਰਮਿਟ ਤਾਂ ਮਿਲੇਗਾ ਜਦੋਂ ਮੇਨ ਐਪਲੀਕੈਂਟ ਤੁਹਾਡਾ ਉੱਥੇ ਮਾਸਟਰਸ ਵਾਸਤੇ ਜਾ ਰਿਹਾ। ਅਗਰ ਤੁਹਾਡੀ ਵਾਈਫ ਦੀ ਕੁਆਲੀਫਿਕੇਸ਼ਨ ਗ੍ਰੈਜੂਏਸ਼ਨ ਹੈ, ਤੁਸੀਂ ਮਾਸਟਰਸ ਕਰਨ ਜਾ ਰਹੇ ਹੋ ਤਾਂ ਦੈਨ ਤੁਹਾਡਾ ਸਪਾਊਸ ਤੁਹਾਡੇ ਨਾਲ ਜਾਏਗਾ। ਅਗਰ 10+2 ਹੈ ਤਾਂ ਤੁਸੀਂ 3 ਮਹੀਨੇ ਬਾਅਦ ਆਪਣੇ ਸਪਾਊਸ ਨੂੰ ਵਿਜ਼ਟਰ ਤੇ ਆਪਣਾ ਉੱਥੇ ਬੁਲਾ ਸਕਦੇ ਹੋ। ਹਾਂ, ਅਗਰ ਤੁਸੀਂ ਚਾਹ ਰਹੇ ਹੋ ਕਿ ਡਿਪੈਂਡੈਂਟ ਵੀਜ਼ੇ ਤੇ ਹੀ ਮੈਂ ਆਪਣੇ ਸਪਾਊਸ ਨੂੰ ਬੁਲਾਉਣਾ ਚਾਹ ਰਿਹਾ, ਫਿਰ ਤੁਹਾਨੂੰ 3 ਸਾਲ ਵੇਟ ਕਰਨੀ ਪਏਗੀ। ਯਾਨੀ ਕਿ ਗ੍ਰੈਜੂਏਸ਼ਨ ਕੰਪਲੀਟ ਕਰਨ ਤੋਂ ਬਾਅਦ ਫਿਰ ਤੁਸੀਂ ਆਪਣੇ ਜਿਹੜੇ ਸਪਾਊਸ ਦਾ ਵੀਜ਼ਾ ਅਪਲਾਈ ਕਰੋਗੇ ਤਾਂ ਉਹਨੂੰ ਡਿਪੈਂਡੈਂਟ ਵੀਜ਼ਾ ਹੀ ਮਿਲੇਗਾ। ਓਕੇ, ਸੋ ਠੀਕ ਹੈ ਜੀ। ਕਿਉਂਕਿ ਪਹਿਲਾਂ +2 ਵਾਲਾ ਹੁੰਦਾ ਸੀਗਾ, ਸਪਾਊਸ ਲੈ ਜਾਂਦਾ ਸੀ। ਹਾਂ, ਡੈਫੀਨਿਟਲੀ, ਕਿਉਂਕਿ ਸਿਨੈਰੀਓ ਚੇਂਜ ਹੈ ਮੈਮ। ਦੇਖੋ, ਇਹੀ ਚੀਜ਼ ਹੈ ਕਿ ਮੈਂ ਹਮੇਸ਼ਾ ਕਹਿਣਾ ਹੁੰਦਾ, ਬਹੁਤ ਪਹਿਲੇ ਤੋਂ ਵੀ ਮੈਂ ਚੀਜ਼ ਹਮੇਸ਼ਾ ਬਹੁਤ ਵਾਰੀ ਰਿਪੀਟ ਕਰ ਚੁੱਕਾ ਕਿ ਹਮੇਸ਼ਾ ਅਸੀਂ ਆਪਣੇ ਸਟੂਡੈਂਟਸ ਨੂੰ ਇਹੀ ਗਾਈਡ ਕਰਦੇ ਹਾਂ ਕਿ ਜਦੋਂ ਅੰਬੈਸੀ ਲੀਨੀਏਟ ਹੁੰਦੀ ਹੈ, ਜਦੋਂ ਵੀਜ਼ਾ ਆ ਰਹੇ ਹੁੰਦੇ ਆ, ਕਿਉਂਕਿ ਮੈਂ ਕਈ ਵਾਰੀ ਕਈਆਂ ਦੇ ਸ਼ੋਅ ਦੇਖਦਾ ਤਾਂ ਉਹ ਇਹ ਚੀਜ਼ ਕਹਿੰਦੇ ਆ, ਮੈਂ ਇਸ ਚੀਜ਼ ਨਾਲ ਐਗਰੀ ਨਹੀਂ ਕਰਦਾ ਕਿ ਕਦੀ ਕੋਈ ਕੰਟਰੀ ਦੇ ਵੀਜ਼ਾ ਬੰਦ ਨਹੀਂ ਹੁੰਦੇ, ਹਮੇਸ਼ਾ ਕੰਟਰੀਜ਼ ਦੇ ਵੀਜ਼ਾ ਓਪਨ ਹੁੰਦੇ ਆ, ਰੂਲ ਚੇਂਜ ਹੁੰਦੇ ਰਹਿੰਦੇ। ਕੁਛ ਹੱਦ ਤੱਕ ਇਹ ਗੱਲ ਠੀਕ ਹੈ, ਲੇਕਿਨ ਸਮ ਟਾਈਮ ਅਗਰ ਮੈਂ ਗੱਲ ਕਰਾਂ 2019 ਤੋਂ ਪਹਿਲੇ ਉਸ ਯੂਕੇ ਦਾ ਵੀਜ਼ਾ ਅਪਰੂਵ ਕਰਾਉਣਾ ਥੋੜਾ ਟਫ ਸੀ, ਕਿਉਂਕਿ ਇੰਟਰਵਿਊਜ਼ ਆ ਰਹੀਆਂ ਸੀ, ਹਰ ਇੱਕ ਬੱਚੇ ਦੀ 100% ਇੰਟਰਵਿਊ ਆ ਰਹੀ ਸੀ। ਅੱਜ ਦੀ ਡੇਟ ਵਿੱਚ ਸਿਰਫ 1% ਇੰਟਰਵਿਊ ਆ ਰਹੀ ਹੈ। ਸੋ ਇਸ ਚੀਜ਼ ਨੂੰ ਅਸੀਂ ਕਿੱਦਾਂ ਕਹਿ ਸਕਦੇ ਹਾਂ ਕਿ ਵੀਜ਼ੇ ਕਦੀ ਬੰਦ ਨਹੀਂ ਹੁੰਦੇ। ਡੈਫੀਨਿਟਲੀ ਬੰਦ ਇਸ ਤਰ੍ਹਾਂ ਅਸੀਂ ਇਸ ਵੇ ਤੋਂ ਚੀਜ਼ ਲੈ ਸਕਦੇ ਹਾਂ ਕਿ ਸਮ ਟਾਈਮ ਯੂਨੀਵਰਸਿਟੀ ਬਹੁਤ ਲੀਨੀਏਟ ਹੋ ਜਾਂਦੀ ਹੈ, ਸਮ ਟਾਈਮ ਯੂਨੀਵਰਸਿਟੀ ਅੰਬੈਸੀ ਬਹੁਤ ਜ਼ਿਆਦਾ ਸਟ੍ਰਿਕਟ ਹੋ ਜਾਂਦੀ ਹੈ। ਸੋ ਜਦੋਂ ਸਟ੍ਰਿਕਟ ਹੁੰਦੀ ਹੈ ਉਦੋਂ ਫਿਰ ਵੀਜ਼ਾ ਲੈਣਾ ਥੋੜਾ ਟਫ ਹੈ। ਉਹੀ ਬੱਚਿਆਂ ਨੂੰ ਵੀਜ਼ਾ ਮਿਲਦਾ ਜਿਹੜੇ ਕਿ ਵਿਦ ਆਇਲਸ ਬੱਚੇ ਅਪਲਾਈ ਕਰਦੇ ਆ, ਕਮਿਊਨੀਕੇਸ਼ਨ ਸਕਿੱਲ ਬਹੁਤ ਅੱਛੇ ਹੁੰਦੇ ਆ। ਸੋ ਤੁਸੀਂ ਜੀ ਸਰ। ਹੈਲੋ, ਸਤਿ ਸ਼੍ਰੀ ਅਕਾਲ ਜੀ, ਕੌਣ ਗੱਲ ਕਰ ਰਹੇ ਹੋ? ਹਾਂਜੀ ਦੱਸੋ ਜੀ ਸਤਿੰਦਰ, ਕੀ ਸਵਾਲ ਹੈ? ਪੁੱਛੋ ਜੀ, ਕੀ ਪ੍ਰੋਫਾਈਲ ਹੈ ਤੁਹਾਡਾ, ਕਿੱਥੇ ਜਾਣਾ ਚਾਹੁੰਦੇ ਹੋ? ਜੀ ਮੈਂ ਯੂਕੇ ਦਾ ਸਟੱਡੀ ਵੀਜ਼ਾ ਲਗਾਉਣਾ ਹੈ। ਠੀਕ ਹੈ, ਕੀ ਪ੍ਰੋਫਾਈਲ ਕੀ ਹੈ? ਮੈਂ +2 ਕੀਤੀ ਹੈ, 19 ਚ 58%। ਠੀਕ ਹੈ, 19 ਚ 58%। ਵਿਦਆਊਟ ਆਇਲਸ ਜਾਣਾ ਚਾਹੁੰਦੇ ਨੇ। ਇੰਗਲਿਸ਼ ਚੋਂ ਕਿੰਨੇ % ਨੰਬਰ ਆਏ ਸੀਗੇ? ਮੈਮ ਇੰਗਲਿਸ਼ ਤੋਂ ਮੇਰੇ ਸੀਗੇ 55 ਤੇ 2019 ਤੋਂ ਬਾਅਦ ਤੁਸੀਂ ਕੀ ਕੀਤਾ? 2019 ਤੋਂ ਮੈਂ ਕੋਵਿਡ ਜਾ ਰਿਹਾ ਸੀ, ਮੈਂ ਵੈਸੇ ਆਇਲਸ ਕੀਤੀ ਸੀ ਬਟ ਨਾ ਉਹ ਕੋਵਿਡ ਕਰਕੇ ਥੋੜਾ ਹੋ ਗਿਆ ਸੀਗਾ ਐਕਸਪਾਇਰ। ਅੱਛਾ, ਐਕਸਪਾਇਰ ਕੋਲ ਘੱਟ ਹੈ। ਅੱਛਾ, ਠੀਕ ਹੈ ਜੀ। ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਕਿ ਤੁਸੀਂ ਵਿਦਆਊਟ ਆਇਲਸ ਜਾ ਸਕਦੇ ਹੋ ਕਿ ਨਹੀਂ ਜਾ ਸਕਦੇ। ਦੇਖੋ, ਜੋ ਮੈਮ ਬੱਚੇ ਦੀ ਪਰਸੈਂਟੇਜ ਦੱਸ ਰਿਹਾ ਬੱਚਾ ਕਿ ਇੰਗਲਿਸ਼ ਵਿੱਚ 55 ਔਰ ਓਵਰਆਲ 59 ਆਈ ਥਿੰਕ, ਤਾਂ ਇਹ ਬੱਚੇ ਵਾਸਤੇ ਮੈਂ ਗਲਤ ਬਿਲਕੁਲ ਨਹੀਂ। ਦੇਖੋ, ਬਹੁਤ ਸਾਰੇ ਤੁਹਾਨੂੰ ਕੰਪਨੀਆਂ ਕਹਿ ਰਹੀਆਂ ਕਿ ਹੋ ਜਾਏਗਾ, ਲੇਕਿਨ ਤੁਹਾਡੀ ਪ੍ਰੋਫਾਈਲ ਦੇ ਨਾਲ ਐਕਸਪੈਰੀਮੈਂਟ ਕੀਤਾ ਜਾਏਗਾ। 6 ਮੰਥ ਤੱਕ ਤੁਹਾਨੂੰ ਟਾਈਮ ਵੇਸਟ ਹੋਏਗਾ ਤੁਹਾਡਾ। ਸੋ ਬੈਟਰ ਇਹ ਹੈ ਕਿ ਤੁਸੀਂ ਆਪਣੀ ਆਇਲਸ ਕਰਕੇ ਜਾਂ PET ਕਰਕੇ ਤੁਸੀਂ ਦੁਬਾਰਾ ਅਗਰ ਟਰਾਈ ਕਰਦੇ ਹੋ, ਤੁਹਾਡੀ ਆਇਲਸ ਐਕਸਪਾਇਰ ਹੋ ਗਈ ਜਾਂ ਤੁਹਾਡੇ ਬੈਂਡ ਨਹੀਂ ਆਏ, ਤੁਸੀਂ ਲਾਊਡਲੀ ਨਹੀਂ ਬੋਲੇ ਸੀ ਤਾਂ ਮੈਨੂੰ ਕਲੀਅਰ ਸੁਣਿਆ ਨਹੀਂ ਬੱਚੇ ਨੇ ਕੀ ਕਿਹਾ, ਤੁਸੀਂ ਦੁਬਾਰਾ ਆਇਲਸ ਕਰਕੇ ਅਗਰ 6 ਬੈਂਡ ਜਾਂ 5.5 ਬੈਂਡ ਈਚ ਤੁਸੀਂ ਅਚੀਵ ਕਰਦੇ ਹੋ ਤਾਂ ਡੈਫੀਨਿਟਲੀ ਤੁਹਾਨੂੰ ਅਸੀਂ ਵੀਜ਼ਾ ਲੈ ਕੇ ਦੇਵਾਂਗੇ। ਅਗਰ ਤੁਸੀਂ ਆਇਲਸ ਨਹੀਂ ਕਰਨਾ ਚਾਹ ਰਹੇ, ਫਿਰ ਤੁਹਾਡੇ ਕੋਲ ਪਾਥਵੇ ਹੈ, ਤੁਸੀਂ ਡਾਇਰੈਕਟ ਅਪਲਾਈ ਨਹੀਂ ਕਰ ਸਕਦੇ, ਕਿਸੇ ਹੋਰ ਕੰਟਰੀ ਵਿੱਚ ਅਪਲਾਈ ਕਰਕੇ ਉਸ ਤੋਂ ਬਾਅਦ ਉੱਥੇ ਸਟੱਡੀ ਕੰਪਲੀਟ ਕਰਨ ਤੋਂ ਬਾਅਦ ਤੁਸੀਂ UK, ਆਸਟ੍ਰੇਲੀਆ, ਕੈਨੇਡਾ ਡੈਫੀਨਿਟਲੀ ਮੂਵ ਹੋ ਸਕਦੇ ਹੋ। ਸੋ ਸਿੰਗਾਪੁਰ ਤੋਂ ਤੁਸੀਂ ਬਹੁਤ ਈਜ਼ੀ ਆਪਸ਼ਨ ਹੈ, ਕਿਉਂਕਿ ਅੱਜ ਦੀ ਡੇਟ 'ਚ ਅਗਰ ਮੈਂ ਗੱਲ ਕਰਾਂ 100% ਵੀਜ਼ਾ UK ਔਰ ਸਿੰਗਾਪੁਰ ਦੋਨੋਂ ਕੰਟਰੀਜ਼ ਦਾ ਵੀਜ਼ਾ ਸਕਸੈਸ ਰੇਟ ਬਹੁਤ ਅੱਛਾ ਹੈ। ਸੋ ਮੈਂ ਉਹੀ ਗੱਲ ਨੂੰ ਦੁਬਾਰਾ ਕੰਟੀਨਿਊ ਕਰ ਦੇਣੀ, ਮੈਂ ਕਹਿ ਰਿਹਾ ਸੀ ਕਿ ਮੈਂ ਬੱਚਿਆਂ ਨੂੰ ਕਹਿਣਾ ਹੁੰਦਾ ਕਿ ਜਦੋਂ ਵੀਜ਼ਾ ਆ ਰਿਹਾ ਹੁੰਦਾ ਉਦੋਂ ਰਾਈਟ ਟਾਈਮ ਹੁੰਦਾ ਤੁਹਾਡੇ ਕੋਲ ਅਪਲਾਈ ਕਰਨ ਦਾ। ਅੱਜ ਵੀ ਤੁਹਾਡੇ ਕੋਲ ਰਾਈਟ ਟਾਈਮ ਹੈ, ਲੇਕਿਨ ਅਗਰ ਅੱਜ ਤੁਸੀਂ ਦੇਖੋ, ਮੈਂ ਬਹੁਤ ਸਾਰੇ ਨਾ ਮੈਨੂੰ ਕਈ ਵਾਰੀ ਫਰੈਂਡ ਸਰਕਲ ਵਿੱਚ ਵੀ ਸਟੂਡੈਂਟਸ ਕਈ ਵਾਰੀ ਫਰੈਂਡਸ ਮਿਲਦੇ ਜਾਂ ਉਹਨਾਂ ਦੇ ਰਿਲੇਟਿਵ ਮਿਲਦੇ ਆ, ਤੇ ਉਹਨਾਂ ਦਾ ਇਹੀ ਕਹਿਣਾ ਹੁੰਦਾ ਸਰ ਅਸੀਂ ਨਾ UK ਨਹੀਂ ਅਪਲਾਈ ਕਰਨਾ, ਸਾਡੇ 6 ਬੈਂਡ ਆ, ਅਸੀਂ ਕੈਨੇਡਾ ਜਾਂ ਆਸਟ੍ਰੇਲੀਆ ਅਪਲਾਈ ਕਰਨਾ। ਤੇ ਮੈਂ ਉਹਨਾਂ ਨੂੰ ਇੱਕ ਗੱਲ ਕਹਿ ਰਿਹਾ ਹੁੰਦਾ ਕਿ ਅੱਜ UK ਦੇ ਵੀਜ਼ਾ 100% ਆ ਰਹੇ ਸੀ, UK ਕਿਉਂ ਨਹੀਂ ਅਪਲਾਈ ਕਰਨਾ ਸਰ, ਉੱਥੇ PR ਨਹੀਂ ਹੈ। ਸੋ ਇਹ ਬੜਾ ਗਲਤ ਮਿਥ ਹੈ ਕਿ UK ਦੇ ਵਿੱਚ PR ਨਹੀਂ ਹੈ। ਉਹ ਪੁਰਾਣੀ ਸੋਚ ਜਿਹੜੀ ਕਿ ਪਹਿਲੇ ਟਾਈਮ ਸੀ 2020 ਤੋਂ ਪਹਿਲੇ, ਜਿਹੜੀ ਕਿ ਆਪਾਂ ਕਹਿ ਰਹੇ ਕਿ ਬੋਰਿਸ ਜੌਨਸਨ ਨੇ ਅਨਾਉਂਸਮੈਂਟ ਕੀਤੀ ਹੈ ਕਿ PSW ਤੋਂ ਬਾਅਦ ਤੁਹਾਨੂੰ ਅਗਰ ਤੁਸੀਂ 70 ਪੁਆਇੰਟਸ ਆਪਣੇ ਫੁੱਲਫਿਲ ਕਰਦੇ ਹੋ ਤਾਂ ਯੂ ਆਰ ਐਲੀਜੀਬਲ ਫॉर PR। ਲੇਕਿਨ ਅੱਜ ਵੀ ਬੱਚਿਆਂ ਨੂੰ ਉਹ ਨੌਲੇਜ ਨਹੀਂ ਹੈ। ਰੀਜ਼ਨ ਬਿਹਾਈਂਡ ਉੱਥੇ ਦੇ ਗਏ ਹੋਏ ਲੋਕੀ ਜਿਹੜੇ ਕਿ ਇਨਲੀਗਲ ਹੈ ਜਾਂ ਉਹ ਇਸ ਫੀਲਡ ਦੇ ਨਾਲ ਟੱਚ ਵਿੱਚ ਨਹੀਂ ਹੈ, ਉਹਨਾਂ ਨੂੰ ਨਹੀਂ ਨੌਲੇਜ। ਅਗਰ ਮੈਂ ਤੁਸੀਂ ਮੇਰੀ ਗੱਲ ਤੋਂ ਅਗਰ ਐਗਰੀ ਨਹੀਂ ਹੋ, ਮੈਂ ਸੋ ਸਿੰਪਲ ਤੁਹਾਨੂੰ ਇੱਕ ਕੁਐਸਚਨ ਪੁੱਟ ਕਰਦਾ, ਤੁਸੀਂ ਇੰਡੀਆ 'ਚ ਰਹਿ ਰਹੇ ਹੋ, ਇੰਡੀਆ 'ਚ ਮੈਨੂੰ ਦੱਸ ਦਿਓ ਕਿ PR ਦਾ ਕੀ ਸਕੋਪ ਹੈ, ਕਿਸੇ ਨੂੰ ਨਹੀਂ ਪਤਾ ਹੋਏਗਾ।
ਸੋ ਕਿਉਂਕਿ ਤੁਹਾਡੀ ਫੀਲਡ ਨਹੀਂ ਹੈ। ਸੋ ਜਦੋਂ ਤੁਹਾਡੇ ਉੱਥੇ ਜਿਹੜੇ ਰਿਲੇਟਿਵ ਗਏ ਹੋਏ ਨੇ ਤੁਹਾਨੂੰ ਗਾਈਡ ਕਰਦੇ ਆ ਕਿ ਯੂਕੇ ਨਾ ਆਓ, ਯੂਕੇ ਪੀਆਰ ਨਹੀਂ ਹੈ, ਤੁਸੀਂ ਉਸ ਚੀਜ਼ ਤੇ ਬਲਾਈਂਡ ਫੇਥ ਕਰਦੇ ਹੋ, ਜਦ ਕਿ ਉਹਨਾਂ ਦੀ ਉਹ ਲਾਈਨ ਨਹੀਂ, ਉਹਨਾਂ ਨੂੰ ਨੌਲੇਜ ਨਹੀਂ ਹੈ। ਉਹਨਾਂ ਨੇ ਜੋ ਪੁਰਾਣਾ ਸੁਣਦੇ ਆ ਰਹੇ ਆ 2021 ਤੋਂ ਪੁਰਾਣਾ ਸੁਣਦੇ ਆ ਰਹੇ ਕਿ ਯਾਰ ਯੂਕੇ 10 ਸਾਲ ਲੱਗਦੇ ਨੇ ਪੀਆਰ ਨੂੰ, ਉਹਨਾਂ ਵਾਸਤੇ ਉਹੀ ਚੀਜ਼ ਰਿਐਲਿਟੀ ਹੈ। ਲੇਕਿਨ ਬੋਰਿਸ ਜੌਨਸਨ ਨੇ ਜਿਹੜੇ 2021 ਨੇ ਅਨਾਉਂਸਮੈਂਟ ਕੀਤੀ ਸੀ ਕਿ ਪੀਐਸਡਬਲਿਊ ਤੋਂ ਬਾਅਦ ਅਗਰ ਤੁਸੀਂ ਆਪਣੀ ਗ੍ਰੈਜੂਏਸ਼ਨ ਕਿਤੇ ਜਾ ਰਹੇ ਹੋ ਜਾਂ ਤੁਸੀਂ ਮਾਸਟਰਸ ਵਾਸਤੇ ਜਾ ਰਹੇ ਹੋ ਤਾਂ ਤੁਹਾਨੂੰ 2 ਇਅਰਸ ਦਾ ਸਟੱਡੀ ਵੀਜ਼ਾ ਮਿਲੇਗਾ। ਅਗਰ ਉਸ ਤੋਂ ਬਾਅਦ ਤੁਸੀਂ ਪੀਐਚਡੀ ਕਰਦੇ ਹੋ ਤੇ ਕਿਸੇ ਨੂੰ ਬਹੁਤ ਘੱਟ ਇਨਫੋਰਮੇਸ਼ਨ ਹੋਏਗੀ ਕਿ ਪੀਐਚਡੀ ਵਾਲੇ ਬੱਚੇ ਨੂੰ 3 ਇਅਰਸ ਦਾ ਪੋਸਟ ਸਟੱਡੀ ਵਰਕ ਪਰਮਿਟ ਮਿਲੇਗਾ। ਸੋ ਅਗਰ ਤੁਸੀਂ 3-4 ਵੇ ਨੇ ਉੱਥੇ ਪੀਆਰ ਵਾਸਤੇ, ਜਿਹੜਾ ਸਭ ਤੋਂ ਈਜ਼ੀ ਵੇ ਹੈ ਉਹ ਮੈਂ ਤੁਹਾਨੂੰ ਦੱਸਣਾ ਚਾਹ ਰਿਹਾ। ਤੁਸੀਂ ਉੱਥੇ ਜਾ ਕੇ ਆਪਣੀ ਸਟੱਡੀ ਕੰਪਲੀਟ ਕਰਦੇ ਹੋ। ਸਟੱਡੀ ਕੰਪਲੀਟ ਕਰਨ ਤੋਂ ਬਾਅਦ ਅਗਰ ਤੁਹਾਨੂੰ ਕੋਈ ਜੌਬ ਮਿਲਦੀ ਹੈ ਜਿਹਦੀ ਕਿ ਤੁਹਾਨੂੰ ਐਨੂਅਲ ਸੈਲਰੀ, ਸਾਲ ਦੀ ਸੈਲਰੀ ਤੁਹਾਡੀ 25,600 ਪਾਉਂਡ ਤੁਹਾਨੂੰ ਮਿਲੇਗੀ ਤੇ ਤੁਸੀਂ ਪੀਆਰ ਵਾਸਤੇ ਐਲੀਜੀਬਲ ਹੋ। ਇਹਦੇ ਨਾਲ ਕੀ ਕੰਡੀਸ਼ਨ ਹੈ, ਤੁਹਾਡੀ ਇੰਗਲਿਸ਼ ਤੁਹਾਡੀ ਅੱਛੀ ਹੋਣੀ ਚਾਹੀਦੀ ਹੈ, ਤੁਹਾਨੂੰ ਜਿਹੜਾ ਕਿ ਨਾਲ ਦਾ ਐਕਸਪੀਰੀਅੰਸ, ਉਸ ਤੋਂ ਬਾਅਦ 2 ਸਾਲ ਦਾ ਪੀਐਸਡਬਲਿਊ ਤੋਂ ਬਾਅਦ ਤੁਹਾਨੂੰ 5 ਸਾਲ ਦਾ ਵਰਕ ਪਰਮਿਟ ਮਿਲੇਗਾ। ਸੋ ਅਗਰ 5 ਸਾਲ ਦੇ ਵਰਕ ਪਰਮਿਟ ਤੋਂ ਬਾਅਦ ਤੁਸੀਂ ਪੀਆਰ ਵਾਸਤੇ ਐਲੀਜੀਬਲ ਹੋ। ਸੋ ਅਗਰ ਬਰੀਫ ਹੀ ਤੁਸੀਂ ਨੌਲੇਜ ਲੈਣਾ ਚਾਹੁੰਦੇ ਹੋ ਹੋਰ ਕੀ ਵੇ ਨੇ, ਕਿਉਂਕਿ ਅੱਧੇ ਘੰਟੇ 'ਚ ਮੈਨੂੰ ਲੱਗਦਾ ਕਿ ਅਗਰ ਮੈਂ ਇਸ ਚੀਜ਼ ਦੀ ਇਨਫੋਰਮੇਸ਼ਨ ਦਾਂਗਾ ਤਾਂ ਸਾਰਾ ਇਸ ਚੀਜ਼ ਤੇ ਸ਼ੋਅ ਖਤਮ ਹੋ ਜਾਏਗਾ। ਬਰੀਫ ਵਿੱਚ ਹੋਰ ਮੈਂ ਕਾਫੀ ਸ਼ੋਅ ਦੇ ਵਿੱਚ ਅੱਗੇ ਪਹਿਲੇ ਡਿਟੇਲ ਵਿੱਚ ਇਨਫੋਰਮੇਸ਼ਨ ਦੇ ਚੁੱਕਾ। ਸੋ ਰਿਪੀਟ ਮੈਨੂੰ ਲੱਗਦਾ ਕਿ ਮੈਨੂੰ ਨਹੀਂ ਉਹ ਚੀਜ਼ ਵਰਡਿੰਗ ਬਾਰ-ਬਾਰ ਕਰਨੀ ਚਾਹੀਦੀ। ਸੋ ਅਗਰ ਤੁਸੀਂ ਯੂਕੇ ਤੋਂ ਇਸ ਚੀਜ਼ ਤੋਂ ਅਪਲਾਈ ਨਹੀਂ ਕਰ ਰਹੇ ਕਿ ਉੱਥੇ ਪੀਆਰ ਨਹੀਂ ਹੈ ਤਾਂ ਤੁਸੀਂ ਗਲਤ ਹੋ। ਇੱਕ ਵਾਰੀ ਆਫਿਸ ਵਿਜ਼ਿਟ ਕਰੋ, ਮੈਂ ਤੁਹਾਨੂੰ ਡੈਫੀਨਿਟਲੀ ਦੱਸਾਂਗਾ ਕਿ ਤੁਹਾਨੂੰ ਕਿੱਦਾਂ 100% ਪੀਆਰ ਮਿਲੇਗੀ ਯੂਕੇ ਦੇ ਵਿੱਚ। ਬਿਲਕੁਲ ਜੀ, ਡਿਟੇਲ ਚ ਤੁਸੀਂ ਜਾਣਕਾਰੀ ਲੈਣੀ ਹੈ ਜੀ। ਆਫਿਸ ਦਾ ਐਡਰੈਸ ਵੀ ਫਲੈਸ਼ ਹੋ ਰਿਹਾ, ਨੰਬਰ ਵੀ ਫਲੈਸ਼ ਹੋ ਰਹੇ ਨੇ। ਫਿਲਹਾਲ ਕਾਲਰ ਲੈਣੇ ਆਪਾਂ ਅਗਲੇ। ਹੈਲੋ ਸਤਿ ਸ਼੍ਰੀ ਅਕਾਲ ਜੀ, ਕੌਣ ਗੱਲ ਕਰ ਰਹੇ ਹੋ? ਮੈਮ ਮੈਂ ਜਤਿੰਦਰ ਕੌਰ ਗੱਲ ਕਰ ਰਹੀ ਹਾਂ। ਜਤਿੰਦਰ ਕਿੱਥੋਂ ਗੱਲ ਕਰ ਰਹੇ ਹੋ? ਮੈਮ ਸਰੀਰ ਤੋਂ ਗੱਲ ਕਰ ਰਹੀ ਹਾਂ। ਹਾਂਜੀ ਦੱਸੋ ਜੀ, ਕੀ ਸਵਾਲ ਹੈ, ਕੀ ਪੁੱਛਣਾ ਚਾਹੁੰਦੇ ਹੋ? ਮੈਮ ਐਕਚੁਅਲੀ ਮੈਂ ਨਾ ਆਪਣੀ ਸਿਸਟਰ ਦਾ ਅਪਲਾਈ ਕਰਵਾਉਣਾ ਸੀਗਾ ਤੇ ਉਹਨਾਂ ਨੇ ਨਾ ਯੂਐਸਏ ਦਾ ਜਿਹੜਾ ਮੈਂ ਪਹਿਲਾਂ ਅਪਲਾਈ ਕਰਵਾਇਆ ਸੀਗਾ 2019 ਦੇ ਵਿੱਚ, ਬਟ ਉਹ ਰਿਫਿਊਜ਼ ਹੋ ਗਿਆ ਸੀਗਾ। ਓਕੇ ਠੀਕ ਹੈ, ਕਿਉਂ ਹੋਇਆ ਸੀ ਰਿਫਿਊਜ਼? ਮੈਮ ਆਈ ਥਿੰਕ ਇਹਨਾਂ ਦੀ ਪਰਸੈਂਟੇਜ ਘੱਟ ਸੀਗੀ, ਇਸ ਵਾਰ ਸਾਨੂੰ ਏਰੀਆ ਨਹੀਂ ਦੱਸਿਆ ਸੀ ਕਿ ਇਹਨਾਂ ਦੀ ਪਰਸੈਂਟੇਜ ਘੱਟ ਆ, ਤਾਂ ਕਰਕੇ ਰਿਫਿਊਜ਼ ਹੋਇਆ। ਠੀਕ ਹੈ। ਹੋਰ ਕੀ ਪ੍ਰੋਫਾਈਲ ਹੈ ਤੁਹਾਡੀ ਸਿਸਟਰ ਦਾ, ਕੀ ਸਟੱਡੀ ਕੀਤੀ ਹੈ ਉਹਨਾਂ ਨੇ? ਮੈਮ ਉਹਨਾਂ ਨੇ 2019 ਦੇ ਵਿੱਚ ਨਾ +2 ਕੀਤੀ ਸੀਗੀ, 56% ਮਾਰਕਸ ਆ ਉਹਨਾਂ ਦੇ। ਤੇ ਉਸ ਤੋਂ ਬਾਅਦ ਉਹ ਜਿੱਦਾਂ 19 ਤੋਂ ਬਾਅਦ ਮੈਸੇਜ ਬੰਦ ਹੋ ਗਈਆਂ ਸੀ ਨਾ। ਠੀਕ ਹੈ, ਫ੍ਰੀ ਸੀ। ਫਿਰ ਅਸੀਂ ਜਦੋਂ ਯੂਐਸ ਰਿਫਿਊਜ਼ ਹੋ ਗਿਆ ਉਹਨਾਂ ਨੇ ਕੁਝ ਅਪਲਾਈ ਨਹੀਂ ਕੀਤਾ ਤੇ 19 ਤੋਂ 20 ਉਹ ਫ੍ਰੀ ਸੀਗੇ, ਹੁਣ ਫਿਲਹਾਲ ਜੋਬ ਕਰ ਰਹੇ ਆ। ਠੀਕ ਹੈ, ਤਾਂ ਹੁਣ ਕਿੱਥੇ ਯੂਕੇ ਭੇਜਣਾ ਚਾਹੁੰਦੇ ਹੋ? ਜੀ ਮੈਮ ਯੂਕੇ ਦਾ ਹੀ ਆਇਲਸ ਕਰ ਲਈ ਹੈ ਉਹਨਾਂ ਨੇ? ਹਾਂਜੀ ਮੈਮ ਆਇਲਸ ਕੀਤੀ। ਕਿੰਨੇ ਬੈਂਡਸ? 5.5 ਬੈਂਡਸ ਆ ਮੈਮ, 2 ਦੇ ਵਿੱਚ ਤੇ 2 6 ਆ। ਠੀਕ ਹੈ ਜੀ, ਤੁਸੀਂ ਟੀਵੀ ਸਕਰੀਨ ਤੇ ਆਨਸਰ ਡੈਫੀਨਿਟਲੀ ਕੋਮਲ, ਅਗਰ ਤੁਸੀਂ ਅਪਲਾਈ ਕਰਨਾ ਚਾਹ ਰਹੇ ਹੋ ਆਪਣੀ ਸਿਸਟਰ ਦਾ, ਕੋਈ ਪ੍ਰੋਬਲਮ ਨਹੀਂ ਹੈ ਤੁਹਾਨੂੰ। ਡੈਫੀਨਿਟਲੀ ਇਹ ਬਹੁਤ ਅੱਛੀ ਪ੍ਰੋਫਾਈਲ ਹੈ ਇਹਨਾਂ ਦੀ। ਸੋ ਯੂਐਸ ਤੋਂ ਕਿਸ ਰੀਜ਼ਨ ਤੋਂ ਰਿਫਿਊਜ਼ ਹੋਇਆ ਤੁਸੀਂ ਪ੍ਰੋਪਰਲੀ ਆ ਕੇ ਮੈਨੂੰ ਇੱਕ ਵਾਰੀ ਡਾਕੂਮੈਂਟਸ ਚੈੱਕ ਕਰਵਾ ਦੇਣਾ। ਔਰ ਅਗਰ ਤੁਸੀਂ ਯੂਕੇ ਦੀ ਪੈਸੀਫਿਕ ਮੇਰੇ ਨਾਲ ਗੱਲ ਕਰੋ ਤਾਂ ਮੈਂ ਤੁਹਾਨੂੰ ਸ਼ੋਰਟੀ ਦੇ ਸਕਦਾ ਕਿ ਇਸ ਬੱਚੇ ਦਾ ਵੀਜ਼ਾ ਡੈਫੀਨਿਟਲੀ ਅਸੀਂ ਅਪਰੂਵ ਕਰਵਾ ਕੇ ਦੇਵਾਂਗੇ। ਸੋ ਦੇਖੋ ਬਹੁਤ ਅੱਛੀ ਪ੍ਰੋਫਾਈਲਸ ਦੇ ਅੱਜ ਅਗਰ ਮੈਂ ਗੱਲ ਕਰਾਂ, ਕੈਨੇਡਾ ਆਸਟ੍ਰੇਲੀਆ ਦੇ ਰਿਫਿਊਜ਼ ਹੋ ਰਿਹਾ ਲੇਕਿਨ ਯੂਕੇ ਦੇ ਨਹੀਂ ਹੋ ਰਹੇ। ਯੂਕੇ ਦੇ ਵਿੱਚ ਅਗਰ ਤੁਸੀਂ ਵਿਦ ਆਇਲਸ ਜਾਂ ਵਿਦਆਊਟ ਆਇਲਸ ਅਪਲਾਈ ਕਰਨਾ ਚਾਹ ਰਹੇ ਹੋ, ਅਗਰ ਜੋ ਕ੍ਰਾਈਟੇਰੀਆ ਤੁਸੀਂ ਉਹ ਮੀਟ ਕਰ ਰਹੇ ਹੋ ਤੇ ਅੱਜ ਦੀ ਡੇਟ ਵਿੱਚ 100% ਵੀਜ਼ਾ ਆ ਰਿਹਾ। ਸੋ ਇਹਦੇ ਵਿੱਚ ਬੈਸਟ ਪੁਆਇੰਟ ਕੀ ਹੈ ਕਿ ਅਗਰ ਤੁਸੀਂ ਸਾਈ ਓਵਰਸੀਜ਼ ਵਿਜ਼ਿਟ ਕਰ ਰਹੇ ਹੋ, ਤੁਸੀਂ ਕੋਈ ਵੀ ਪੇਮੈਂਟ ਪਹਿਲੇ ਨਹੀਂ ਕਰਨੀ। ਤੁਸੀਂ ਯੂਨੀਵਰਸਿਟੀ ਦੀ ਫੀਸ, ਅੰਬੈਸੀ ਫੀਸ, NHS ਸਾਰਾ ਕੁਝ ਤੁਸੀਂ ਵੀਜ਼ਾ ਲੱਗਣ ਤੋਂ ਬਾਅਦ ਤੁਸੀਂ ਪੇ ਕਰਨਾ। ਲੇਕਿਨ ਉਹਦੇ ਵਿੱਚ ਕੁਝ ਯੂਨੀਵਰਸਿਟੀਜ਼ ਦੀ ਆਪਸ਼ਨ ਹੈ। ਅਗਰ ਤੁਸੀਂ ਕਹੋਗੇ ਕਿ ਨਹੀਂ ਪੈਸੀਫਿਕ ਮੈਂ ਇਸ ਯੂਨੀਵਰਸਿਟੀ ਦੇ ਵਿੱਚ ਹੀ ਅਪਲਾਈ ਕਰਨਾ ਹੈ, ਉਹ ਪੋਸੀਬਲ ਨਹੀਂ ਹੈ। 4 to 5 ਯੂਨੀਵਰਸਿਟੀਜ਼ ਅਸੀਂ ਤੁਹਾਨੂੰ ਆਪਸ਼ਨ ਦੇਵਾਂਗੇ ਜਿਹਦੇ ਤੁਸੀਂ ਅਪਲਾਈ ਕਰੋਗੇ ਤਾਂ ਤੁਹਾਡੇ ਕੋਲ ਆਪਸ਼ਨ ਹੈਗੀ ਤੁਸੀਂ ਪੇ ਆਫਟਰ ਵੀਜ਼ਾ ਕਰੋਗੇ ਆਪਣੀ ਟਿਊਸ਼ਨ ਫੀਸ। ਸੋ ਉਹਦੇ ਵਿੱਚ ਤੁਹਾਡੀ ਅੰਬੈਸੀ ਫੀਸ, NHS ਸਭ ਕੁਝ ਅਸੀਂ ਤੁਹਾਡੇ ਕੋਲ ਵੀਜ਼ਾ ਲੱਗਣ ਤੋਂ ਬਾਅਦ ਲਾਂਗੇ। ਇੱਕ ਬਹੁਤ ਵੱਡੀ ਸ਼ੋਰਟੀ ਹੈ ਕਿਉਂਕਿ ਅੱਜ ਦੀ ਡੇਟ ਵਿੱਚ ਤੁਹਾਨੂੰ ਕੋਈ ਵੀ ਇਹ ਫੈਸਿਲਿਟੀ ਨਹੀਂ ਦੇ ਰਿਹਾ। ਤੁਸੀਂ ਜਿਸ ਮਰਜ਼ੀ ਕੰਸਲਟੈਂਟ ਤੋਂ ਜਾਓ, ਤੁਹਾਨੂੰ ਕੋਈ ਵੀ ਇਹ ਫੈਸਿਲਿਟੀ ਨਹੀਂ ਦੇਗਾ ਕਿ ਤੁਸੀਂ ਯੂਨੀਵਰਸਿਟੀ ਦੀ ਅੰਬੈਸੀ ਫੀਸ, NHS ਵਗੈਰਾ ਸਭ ਕੁਝ ਤੁਸੀਂ ਵੀਜ਼ਾ ਲੱਗਣ ਤੋਂ ਬਾਅਦ ਪੇ ਕਰੋ। ਬਿਕੋਜ਼ ਆਫ ਕਿ ਉਹਨੂੰ ਪਤਾ ਕਿ ਅਗਰ ਰਿਫਿਊਜ਼ ਹੋਇਆ, ਇੰਟਰਵਿਊ ਕਰਕੇ ਰਿਫਿਊਜ਼ ਹੋਇਆ, ਕਿਸੇ ਵੀ ਰੀਜ਼ਨ ਤੋਂ ਰਿਫਿਊਜ਼ ਆਇਆ ਤੇ ਏਜੰਟ ਦਾ, ਕੰਸਲਟੈਂਟ ਦਾ ਲਾਸ ਬਹੁਤ ਜ਼ਿਆਦਾ ਹੈ। ਸੋ ਅਸੀਂ ਕਿਉਂ ਰਿਸਕ ਲੈ ਰਹੇ ਹਾਂ ਉਹਦੇ ਪਿੱਛੇ? ਕਿਉਂਕਿ ਸਾਡੀ ਇੰਟਰਵਿਊ ਟੀਮ ਜਿਹੜੀ ਹੈਗੀ ਹੈ ਬਹੁਤ ਸਟਰੋਂਗ ਹੈ। ਬੱਚੇ ਨੂੰ ਪ੍ਰੈਪਰੇਸ਼ਨ ਬਹੁਤ ਅੱਛੀ ਤਰ੍ਹਾਂ ਨਾਲ ਦੇ ਰਹੀ ਹੈ ਔਰ ਯੂਨੀਵਰਸਿਟੀਜ਼ ਦੀ ਇੰਟਰਵਿਊਜ਼ ਆ ਰਹੀ ਹੈ ਲੇਕਿਨ ਅੰਬੈਸੀ ਦੀ ਨਹੀਂ ਆ ਰਹੀ। ਕਿਉਂਕਿ ਅੰਬੈਸੀ ਨੂੰ ਬਹੁਤ ਅੱਛੀ ਤਰ੍ਹਾਂ ਪਤਾ ਕਿ ਹੁਣ ਯੂਨੀਵਰਸਿਟੀਜ਼ ਹੀ ਇੰਨੀ ਜ਼ਿਆਦਾ ਸਟਿਕਡ ਹੈ ਕਿ ਉਹ ਇੰਨੇ ਜ਼ਿਆਦਾ ਅੱਛੇ ਤਰੀਕੇ ਨਾਲ ਇੰਟਰਵਿਊਜ਼ ਲੈ ਰਿਹਾ, ਪ੍ਰੋਪਰ ਬਰੀਫ ਵਿੱਚ ਬੱਚੇ ਨੂੰ ਦੇਖ ਰਹੇ ਨੇ ਕਿ ਪ੍ਰੋਪਰ ਬਰੀਫ ਵਿੱਚ ਨੌਲੇਜ ਹੈ, ਦੈਨ ਹੀ ਉਹ ਯੂਨੀਵਰਸਿਟੀ ਕਲੀਅਰ ਕਰ ਰਹੀ ਹੈ। ਸੋ ਤਦ ਹੀ ਬੱਚੇ ਦਾ ਕਾਸਟ ਲੈਟਰ
ਇਸ਼ੂ ਹੋ ਰਿਹਾ। ਸੋ ਇਹੀ ਰੀਜ਼ਨ ਹੈ ਕਿ 100% ਵੀਜ਼ੇ ਦੀ ਗਰੰਟੀ ਮੈਂ ਤੁਹਾਨੂੰ ਦੇ ਰਿਹਾ, ਕਿਉਂਕਿ ਬਹੁਤ ਟਾਈਮ ਤੱਕ ਨਹੀਂ ਰਹੇਗਾ ਜੀ। ਬਹੁਤ ਟਾਈਮ ਇੱਦਾਂ ਬੱਚੇ ਨੂੰ ਹੁੰਦਾ ਕਿ ਇੱਕ ਵਾਰੀ ਬੱਚਾ ਸੋਚਣ ਤੇ ਇਹ ਚੀਜ਼ ਤੇ ਟਾਈਮ ਨਿਕਾਲ ਦਿੰਦਾ ਕਿ ਯਾਰ ਮੈਂ ਨੈਕਸਟ ਇਨਟੇਕ ਅਪਲਾਈ ਕਰਾਂਗਾ, ਮੈਂ ਹੁਣ ਨਹੀਂ, ਮੈਂ ਬਾਅਦ ਵਿੱਚ ਅਪਲਾਈ ਕਰਾਂਗਾ। ਇਹ ਰਾਈਟ ਟਾਈਮ, ਅਗਰ ਤੁਸੀਂ ਸੈਪਟੈਂਬਰ ਇਨਟੇਕ ਦੇ ਵਿੱਚ ਅਪਲਾਈ ਕਰਨਾ ਚਾਹ ਰਹੇ ਹੋ ਤਾਂ ਮਈ ਤੱਕ ਅਗਰ ਤੁਸੀਂ ਅਪਲਾਈ ਕਰ ਰਹੇ ਹੋ, ਕਿਉਂਕਿ ਮਈ ਤੋਂ ਬਾਅਦ ਬਹੁਤ ਹੀ ਘੱਟ ਆਪਸ਼ਨ ਰਹਿ ਜਾਏ, ਕਿਉਂਕਿ ਸੀਟਸ ਬਹੁਤ ਜਲਦੀ ਪੂਰੀ ਫਿਲ ਹੋ ਰਹੀਆਂ ਨੇ ਬਿਕੋਜ਼ ਆਫ ਕਿ ਕੈਨੇਡਾ ਆਸਟ੍ਰੇਲੀਆ ਸਾਰਾ ਰਸ਼ ਜਿਹੜਾ ਕਿ ਰਿਫਿਊਜ਼ ਵਾਲਾ ਸਾਰਾ ਅੱਜ ਯੂਕੇ ਅਪਲਾਈ ਕਰ ਰਿਹਾ। ਇਹ ਨਾ ਹੋਏ ਕਿ ਤੁਸੀਂ ਆਪਣਾ ਮਾਈਂਡ ਬਣਾਓ ਜੂਨ ਜੁਲਾਈ 'ਚ, ਫਿਰ ਤੁਹਾਨੂੰ ਸੈਪਟੈਂਬਰ ਇਨਟੇਕ ਮਿਸ ਹੋ ਜਾਏ ਔਰ ਉਸ ਤੋਂ ਬਾਅਦ ਜੈਨ ਇਨਟੇਕ ਦੀ ਥੋੜੀ ਸਟਿਕਨੈਸ ਹੋ ਜਾਏ। ਸੋ ਅਗਰ ਤੁਸੀਂ ਆਸਟ੍ਰੇਲੀਆ ਜਾਂ ਕੈਨੇਡਾ ਤੋਂ ਰਿਫਿਊਜ਼ ਹੋ, ਯੂਕੇ ਅਪਲਾਈ ਕਰਨਾ ਚਾਹ ਰਹੇ ਹੋ, ਤੇ ਅੱਜ ਹੀ ਸਾਈ ਓਵਰਸੀਜ਼ ਵਿਜ਼ਿਟ ਕਰੋ ਔਰ ਸਾਰੀ ਪੇਮੈਂਟ ਦਿਓ ਵੀਜ਼ਾ ਲੱਗਣ ਤੋਂ ਬਾਅਦ। ਜੀ ਅੱਛਾ ਸਰ, ਵੀਜ਼ਾ ਲੱਗਣ ਤੋਂ ਬਾਅਦ ਜਿਹੜੀ ਪੇਮੈਂਟ ਦੇਣੀ ਹੈ ਉਹਨਾਂ 'ਚ ਯੂਨੀਵਰਸਿਟੀ ਕਾਲਜਸ ਗਵਰਨਮੈਂਟ ਹੋਣਗੇ ਕਿ ਪ੍ਰਾਈਵੇਟ? ਮੈਡਮ ਸਿਰਫ ਯੂਨੀਵਰਸਿਟੀਜ਼ ਦੇ ਹੀ ਵੀਜ਼ਾ ਆ ਰਹੇ ਨੇ। ਅਗਰ ਮੈਂ ਗੱਲ ਕਰਾਂ ਯੂਕੇ ਦੇ ਵਿੱਚ ਪੈਸੀਫਿਕ, ਤੇ ਅਗਰ ਤੁਸੀਂ ਕਾਲਜ ਦੇ ਵਿੱਚ ਅਪਲਾਈ ਕਰੋਗੇ ਤਾਂ 50% ਹੈ ਵੀਜ਼ਾ ਤੇ, ਕਿਉਂਕਿ ਇੱਥੇ ਮੈਂ ਤੁਹਾਨੂੰ ਗਰੰਟੀ ਦੇ ਰਿਹਾ 100% ਗਰੰਟੀ ਕਿਉਂ ਦੇ ਰਿਹਾ, ਇਹਦੇ 'ਚ ਇਹ ਨਹੀਂ ਹੈ ਕਿ ਕੁਝ ਅਸੀਂ ਗਲਤ ਕਰ ਰਹੇ ਹਾਂ ਕਿਉਂਕਿ 100% ਮੈਂ ਇਸ ਬੇਸ ਤੇ ਦੇ ਰਿਹਾ ਔਰ ਨਾਲ ਤੁਹਾਨੂੰ ਕਲੀਅਰ ਇੱਕ ਗੱਲ ਕਹਿ ਵੀ ਰਿਹਾ ਕਿ ਜੈਨ ਇਨਟੇਕ ਦੇ ਸਾਡੇ 100% ਵੀਜ਼ਾ ਆਏ ਨੇ, ਕਿਉਂਕਿ ਯੂਨੀਵਰਸਿਟੀਜ਼ ਨੇ ਇੰਟਰਵਿਊਜ਼ ਨਹੀਂ ਲਈਆਂ। ਹਾਂ ਅਗਰ ਕੋਈ ਬੱਚਾ ਕੋਈ ਫੇਕ ਡਾਕੂਮੈਂਟ ਲਗਾਉਂਦਾ ਹੈ, ਕੋਈ ਫੇਕ ਆਪਣੇ ਫੰਡਸ ਦਿਖਾਉਂਦਾ ਹੈ ਜਾਂ ਆਪਣੀ ਆਇਲਸ ਫੇਕ ਦਿਖਾਉਂਦਾ ਹੈ ਜਾਂ 10+2 ਦੇ ਮਾਰਕਸ ਵਿੱਚ ਕੋਈ ਛੇੜਖਾਨੀ ਕਰਕੇ ਸਾਡੇ ਕੋਲ ਲੈ ਕੇ ਆਉਂਦਾ ਹੈ ਤੇ ਉਹਦੇ ਵਿੱਚ ਰਿਫਿਊਜ਼ ਹੋ ਜਾਏ ਤਾਂ ਮੈਂ ਉਹ ਨਹੀਂ ਕਹਿ ਸਕਦਾ, ਉਸ ਚੀਜ਼ ਦੀ ਗਰੰਟੀ ਨਹੀਂ ਲੈ ਸਕਦਾ। ਅਗਰ ਤੁਹਾਡੇ ਸਾਰੇ ਡਾਕੂਮੈਂਟਸ ਜੈਨੂਇਨ ਹੈ, ਤੁਹਾਨੂੰ ਇੰਟਰਵਿਊ ਪ੍ਰੈਪਰੇਸ਼ਨ ਅਸੀਂ ਕਰਾਵਾਂਗੇ ਔਰ ਅੰਬੈਸੀ ਇੰਟਰਵਿਊ ਨਹੀਂ ਲੈ ਰਹੀ। ਅਗਰ ਤੁਹਾਡਾ ਕੈਸ਼ ਲੈਟਰ ਇਸ਼ੂ ਹੋ ਜਾਂਦਾ ਤਾਂ ਤੁਹਾਨੂੰ 100% ਵੀਜ਼ਾ ਅੰਬੈਸੀ ਜ਼ਰੂਰ ਦੇ ਰਹੀ ਹੈ। ਓਕੇ ਜੀ, ਸੋ ਨੈਕਸਟ ਕਾਲਰ। ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਜੀ, ਕੌਣ ਗੱਲ ਕਰ ਰਹੇ ਹੋ? ਮੈਮ ਮੈਂ ਸਰਬਜੀਤ ਸਿੰਘ ਗੱਲ ਕਰ ਰਿਹਾ ਚੰਡੀਗੜ੍ਹ ਤੋਂ। ਹਾਂਜੀ ਦੱਸੋ ਸਰਬਜੀਤ ਜੀ, ਕੀ ਸਵਾਲ ਹੈ? ਮੈਮ ਮੈਂ ਪੁੱਛਣਾ ਸੀ, ਜਿੱਦਾਂ ਮੈਂ +2 2014 ਚ ਕੀਤੀ ਹੋਈ ਆ, ਮੈਨੂੰ 52% ਵਿਦ ਮੇਰੇ 52% ਨੇ। ਠੀਕ ਹੈ। ਹਾਂਜੀ, ਤੇ ਮੈਂ ਆਇਲਸ 2 ਵਾਰੀ ਰਿਪੀਟ ਕੀਤੀ ਸੀ ਤੇ ਦੋਨੀ ਵਾਰੀ ਮੇਰੇ ਜਿੱਦਾਂ 5.5 ਹੀ ਰਹੇ ਆ। ਤੇ ਮੈਂ ਇਹ ਪੁੱਛਣਾ ਚਾਹੁੰਦਾ ਕਿ ਮੇਰਾ ਕਿਤੇ ਦਾ ਹੋ ਸਕਦਾ ਘੱਟ ਬਜਟ ਦੇ ਵਿੱਚ ਵੀ, ਜਿੱਥੇ ਮਤਲਬ ਕਿ ਮੈਂ ਕਹਿ ਸਕਦਾ ਵੀ ਆਫਟਰ ਫੀਸ ਦੀ ਪੇਮੈਂਟ ਕਰਨੀ ਹੋਵੇ। 2014 ਤੋਂ ਬਾਅਦ ਕੀ ਕੀਤਾ ਸੀਗਾ ਤੁਸੀਂ? ਕੁਛ ਨਹੀਂ ਕੀਤਾ ਮੈਂ, ਫ੍ਰੀ ਸੀ, ਜੌਬ ਵੀ ਨਹੀਂ ਕੀਤੀ ਕੋਈ? ਗ੍ਰੈਜੂਏਟ ਸਟੂਡੈਂਟ ਮੈਂ +2। ਚਲੋ ਜੀ, ਟੀਵੀ ਸਕਰੀਨ ਤੇ ਆਨਸਰ ਸੁਣ ਲਓ, ਜੇਕਰ ਹੋਈ ਕੋਈ ਪੋਸਿਬਿਲਿਟੀ ਤਾਂ। ਜੀ ਸਰ 2014 ਪਾਸ ਆਊਟ। ਯਾ 2014 ਪਾਸ ਆਊਟ ਔਰ ਤੁਸੀਂ 10+2 ਕੁਆਲੀਫਿਕੇਸ਼ਨ ਔਰ ਯੂਕੇ ਅਪਲਾਈ ਕਰਨਾ ਚਾਹ ਰਹੇ ਹੋ, ਨੈਕਸਟ ਟੂ ਇੰਪੋਸੀਬਲ। ਦੇਖੋ ਨਹੀਂ ਹੋਏਗਾ, ਨਹੀਂ ਪੋਸੀਬਲ। ਤੁਹਾਨੂੰ ਐਵੇਂ ਤੁਸੀਂ 2-3 ਕੰਸਲਟੈਂਟ ਜਾਓਗੇ, ਹੋ ਸਕਦਾ ਤੁਹਾਨੂੰ ਕੋਈ ਯੈਸ ਕਰ ਦੇਵੇ, ਤੁਹਾਡੀ ਫਾਈਲ ਦੇ ਨਾਲ ਐਕਸਪੈਰੀਮੈਂਟ ਕੀਤਾ ਜਾਏਗਾ, ਉਹ ਤੁਹਾਡੇ ਕੋਲ 20-25 ਹਜ਼ਾਰ ਰੁਪਏ ਚਾਰਜ ਕਰੇਗਾ, ਹੋਰ ਤੁਹਾਨੂੰ ਕੁਝ ਨਹੀਂ ਮਿਲੇਗਾ। ਵੀਜ਼ਾ ਮੈਂ ਤੁਹਾਨੂੰ ਗਰੰਟੀ ਦੇ ਰਿਹਾ ਕਿ ਤੁਹਾਨੂੰ ਨਹੀਂ ਮਿਲੇਗਾ। ਇਹ ਤੋਂ ਬੈਟਰ ਇਹ ਹੈ ਕਿ ਤੁਸੀਂ ਸਿੰਗਾਪੁਰ ਅਪਲਾਈ ਕਰੋ। ਫਸਟ ਆਫ ਆਲ ਤੁਸੀਂ ਆਪਣੇ ਉੱਥੇ 1 ਸਾਲ ਦਾ ਜਿਹੜਾ ਤੁਹਾਨੂੰ ਕੋਰਸ ਮਿਲੇਗਾ, ਡਿਪਲੋਮਾ ਮਿਲੇਗਾ, ਤੁਸੀਂ ਉਹ ਕੰਪਲੀਟ ਕਰਨ ਤੋਂ ਬਾਅਦ ਇੰਗਲਿਸ਼ ਕੰਟਰੀ ਦੇ ਵਿੱਚ ਆ ਰਹੇ ਹੋ, ਤੁਹਾਡੇ ਕਮਿਊਨੀਕੇਸ਼ਨ ਸਕਿੱਲ ਥੋੜੇ ਇੰਪਰੂਵ ਹੋਣਗੇ। ਉਸ ਤੋਂ ਬਾਅਦ ਤੁਸੀਂ ਆਇਲਸ ਕਰਕੇ ਉੱਥੋਂ ਮੂਵ ਔਨ ਹੋ ਸਕਦੇ ਹੋ ਦੂਸਰੀ ਕੰਟਰੀ 'ਚ। ਅਗਰ ਤੁਸੀਂ ਇੱਥੋਂ ਟਰਾਈ ਕਰੋਗੇ ਤਾਂ ਮੈਂ ਤੁਹਾਨੂੰ ਗਰੰਟੀ ਦੇ ਰਿਹਾ ਕਿ ਵੀਜ਼ਾ ਨਹੀਂ ਲੱਗੇਗਾ। ਕਿਸੇ ਦੇ ਕੰਸਲਟੈਂਟ ਦੀ ਗੱਲ 'ਚ ਆ ਕੇ ਆਪਣਾ ਪੈਸਾ ਔਰ ਟਾਈਮ ਪਲੀਜ਼ ਵੇਸਟ ਨਾ ਕਰਨਾ ਜੀ। ਅੱਛਾ ਸਰ, ਸਿੰਗਾਪੁਰ ਦੀ ਵੈਸੇ ਮੈਂ ਪਹਿਲਾਂ ਵੀ ਬਹੁਤ ਸਵਾਲ ਬਹੁਤ ਵਾਰ ਪੁੱਛ ਚੁੱਕੀ ਹਾਂ, ਪਰ ਨਵੀਂ ਆਡੀਅנס ਜੁੜ ਜਾਂਦੀ। ਸਿੰਗਾਪੁਰ ਤੋਂ ਕਹਿੰਦੇ ਕਹਿ ਤਾਂ ਦਿੱਤਾ ਜਾਂਦਾ ਪਰ ਮੂਵ ਹੋਇਆ ਨਹੀਂ ਜਾਂਦਾ ਅੱਗੇ। ਮੈਡਮ ਉਹਦੇ ਪਿੱਛੇ ਰੀਜ਼ਨ ਇਹ ਹੈ, ਦੇਖੋ ਕਿ ਜਿਹੜੇ ਹੁਣ ਕਹਿੰਦੇ ਆ, ਮੈਂ ਤੁਹਾਨੂੰ ਦੱਸਦਾ ਕਿ ਕਹਿੰਦੇ ਯੂਕੇ ਦੇ ਵਿੱਚ ਸਰ PR ਨਹੀਂ ਹੈ, ਲੇਕਿਨ PR ਕਿੱਦਾਂ ਹੈ ਕਿ ਜੋ ਟਰਮਸ ਐਂਡ ਕੰਡੀਸ਼ਨ ਨੇ ਤੁਸੀਂ ਉਹ ਪੂਰੀਆਂ ਕਰੋਗੇ। ਫਸਟ ਆਫ ਆਲ ਬੱਚਾ ਜਿਹੜਾ ਜਾਂਦਾ ਹੈ ਪੰਜਾਬ ਹਰਿਆਣਾ ਦਾ, ਇਹ 100% ਰਿਐਲਿਟੀ ਹੈ ਮੈਮ, ਕਿਉਂਕਿ ਵਿਦਆਊਟ ਆਇਲਸ ਖਾਸ ਕਰਕੇ ਵਿਦਆਊਟ ਆਇਲਸ ਜਿਹੜਾ ਬੱਚਾ ਜਾ ਰਿਹਾ ਉਹਦੇ ਕਮਿਊਨੀਕੇਸ਼ਨ ਸਕਿੱਲ ਇੰਨੇ ਅੱਛੇ ਨਹੀਂ ਹੁੰਦੇ ਕਿ ਉੱਥੇ ਉਹ ਕਲਾਸਿਸ ਅਟੈਂਡ ਕਰੇ ਯੂਨੀਵਰਸਿਟੀਜ਼ ਦੀ, ਕਿ ਉਹਨੂੰ ਸਮਝ ਆਏ। ਹੁਣ ਬੱਚਾ ਕੀ ਚਾਹੁੰਦਾ, ਬੱਚਾ ਚਾਹੁੰਦਾ ਕਿ ਮੈਨੂੰ ਸਿਰਫ ਯੂਕੇ ਦਾ ਵੀਜ਼ਾ ਮਿਲ ਜਾਏ, ਮੈਂ ਉੱਥੇ 2-4 ਦਿਨ ਜਾਣਾ, ਮੈਨੂੰ ਜਦੋਂ ਕਾਰਡ ਇਸ਼ੂ ਹੋ ਗਿਆ ਉਸ ਤੋਂ ਬਾਅਦ ਮੈਂ ਉੱਥੇ ਕਲਾਸਿਸ ਅਟੈਂਡ ਹੀ ਨਹੀਂ ਕਰਨੀਆਂ, ਮੈਂ ਇਨਲੀਗਲ ਹੋ ਜਾਣਾ। ਕਿਉਂ? ਕਿਉਂਕਿ ਬਿਕੋਜ਼ ਆਫ ਜਿਹੜੇ ਤੁਹਾਡੇ ਪੁਰਾਣੇ ਗਏ ਹੋਏ ਤੁਹਾਡੇ ਰਿਲੇਟਿਵ ਨੇ ਜਾਂ ਫਰੈਂਡਸ ਨੇ, ਉਹ ਤੁਹਾਨੂੰ ਇਹੀ ਗਾਈਡ ਕਰਦੇ ਆ ਕਿ ਤੂੰ ਯੂਨੀਵਰਸਿਟੀ ਦੀ 12,000 ਪਾਉਂਡ ਫੀਸ ਪੇ ਕਰੇਗਾ, ਹਰ ਸਾਲ ਤੂੰ 12 ਲੱਖ ਰੁਪਏ ਪੇ ਕਰੇਗਾ ਤਾਂ ਤੈਨੂੰ ਕੀ ਬੈਨੀਫਿਟ ਹੋਇਆ। ਲੇਕਿਨ ਉਹ ਇਹ ਨਹੀਂ ਸੋਚਦਾ ਕਿ ਅਗਰ ਮੈਂ 3 ਸਾਲ ਪੇ ਕਰਾਂਗਾ, ਉਸ ਤੋਂ ਬਾਅਦ ਮੈਨੂੰ 2 ਸਾਲ ਦਾ ਵਰਕ ਪਰਮਿਟ ਵੀ ਹੈ, ਉਸ ਤੋਂ ਬਾਅਦ ਮੈਂ ਉਸ ਟਰੈਕ ਤੇ ਚੱਲਾਂਗਾ ਜਿਸ ਟਰੈਕ ਤੇ ਜਾ ਕੇ ਮੈਨੂੰ ਕੱਲ ਨੂੰ PR ਵੀ ਹੋਏਗੀ। ਬੱਚਾ ਸੋਚਦਾ ਕਿ ਯਾਰ ਯੂਕੇ ਦੇ ਵਿੱਚ ਕੋਈ ਨਹੀਂ ਪਕੜਦਾ। ਚਲੋ ਇਹ ਰਿਐਲਿਟੀ ਵੀ ਹੈ ਕਿ ਯੂਕੇ 'ਚ ਬਹੁਤ ਜ਼ਿਆਦਾ ਪੰਜਾਬੀ ਸਾਡੇ ਇਨਲੀਗਲ ਹੈ, ਜਿਹੜੇ ਕਿ ਬਹੁਤ ਅੱਛਾ ਮਤਲਬ ਲੱਖਾਂ ਰੁਪਏ ਕਮਾ ਰਹੇ ਨੇ, ਲੇਕਿਨ ਅਸੀਂ ਉਹਨੂੰ ਦੇਖਦੇ ਹੋਏ ਇਹ ਚੀਜ਼ ਨਹੀਂ ਸੋਚਣੀ ਕਿ ਅਗਰ ਉਹ ਗਲਤ ਟਰੈਕ ਤੇ ਹੈ ਤਾਂ ਮੈਂ ਵੀ ਗਲਤ ਟਰੈਕ ਨੂੰ ਅਡਾਪਟ ਕਰਨਾ ਹੈ। ਤੁਸੀਂ PR ਲੈਣੀ ਹੈ, ਕੱਲ ਨੂੰ ਮੈਂ ਦੇਖਦਾ ਬਹੁਤ ਸਾਰੇ ਮੈਡਮ ਵੀਜ਼ਾ ਲਗਵਾ ਕੇ ਦਿੱਤੇ
ਤੁਸੀਂ ਬਿਲੀਵ ਕਰਨਾ ਕਿ ਇਸ ਤਰ੍ਹਾਂ ਦੇ ਵੀਜ਼ਾ ਅਸੀਂ ਲਗਵਾ ਕੇ ਦਿੱਤੇ ਜਿਹਦੇ ਵਿੱਚ ਕਿ ਬੱਚਿਆਂ ਦਾ ਕਹਿਣਾ ਸੀ ਸਰ ਮੈਂ ਅੱਜ 18 ਸਾਲ ਬਾਅਦ ਮੈਂ ਆਪਣੇ ਫਾਦਰ ਨੂੰ ਮਿਲਣਾ ਹੈ, ਕਿਉਂਕਿ ਉਹ ਯੂਕੇ ਇਨਲੀਗਲ ਹੈ। ਮੈਂ ਆਪਣੇ 20 ਸਾਲ ਬਾਅਦ ਫਾਦਰ ਨੂੰ ਮਿਲਣਾ ਕਿਉਂਕਿ ਯੂਕੇ 'ਚ ਇਨਲੀਗਲ ਹੈ। ਮੀਨਸ ਕਿ ਜਦੋਂ ਉਹ ਆਏ ਸੀ ਉਸ ਤੋਂ ਬਾਅਦ ਫਿਰ ਉਹ ਚਲੇ ਗਏ ਤਾਂ ਬੱਚਾ ਹੋਇਆ ਤਾਂ ਉਸ ਤੋਂ ਬਾਅਦ ਉਹ ਮਿਲ ਹੀ ਨਹੀਂ ਪਾਇਆ, ਨਾ ਫਾਦਰ ਆ ਪਾਏ ਨਾ ਉਹ ਇੱਥੇ ਜਾ ਪਾਇਆ। ਸੋ ਇਦਾਂ ਦੇ ਬੇਸ਼ੁਮਾਰ ਅਸੀਂ ਬਹੁਤ ਵੀਜ਼ਾ ਲਗਵਾਏ, ਲੇਕਿਨ ਉਦੋਂ ਬੜਾ ਦਿਲ ਹੁੰਦਾ ਸੀ ਯਾਰ ਕਿ ਕਿਸ ਤਰ੍ਹਾਂ ਹੋ ਸਕਦਾ ਹੈ ਕਿ 18 20 ਸਾਲ ਤੁਸੀਂ ਆਪਣੀ ਫੈਮਿਲੀ ਤੋਂ ਦੂਰ ਹੋ ਸਿਰਫ ਪੈਸੇ ਵਾਸਤੇ, ਕਿ ਇੰਨੀ ਜ਼ਿਆਦਾ ਪੈਸੇ ਦੀ ਵੈਲਿਊ ਹੈ ਸਾਡੀ ਲਾਈਫ ਦੇ ਵਿੱਚ। ਸੋ ਪਲੀਜ਼ ਤੁਸੀਂ ਉਹ ਗਲਤ ਟਰੈਕ ਤੇ ਨਾ ਚੱਲੋ। ਕੱਲ੍ਹ ਨੂੰ ਤੁਸੀਂ ਆਪਣੀ ਵਾਈਫ ਨੂੰ, ਆਪਣੇ ਮਦਰ ਨੂੰ, ਆਪਣੇ ਫਾਦਰ ਨੂੰ ਮਿਲਣਾ ਚਾਹ ਰਹੇ ਹੋ, ਤੁਸੀਂ ਇੰਡੀਆ ਆ ਸਕੋ ਤੇ ਰਾਈਟ ਟਰੈਕ ਤੇ ਤੁਸੀਂ ਚੱਲੋ, ਤਾਂ ਹੀ ਉਹ ਪੋਸੀਬਲ ਹੈ। ਸੇਮ ਇਹੀ ਪ੍ਰੋਬਲਮ ਸਿੰਗਾਪੁਰ ਦੇ ਵਿੱਚ ਹੈ। ਸਿੰਗਾਪੁਰ ਵਿੱਚ ਕੀ ਸਿਨੈਰੀਓ ਹੈ ਮੈਮ ਕਿ ਪਹਿਲੇ 6 ਮੰਥ ਉੱਥੇ ਲੀਗਲੀ ਵਰਕ ਰਾਈਟਸ ਨਹੀਂ ਹੈ, ਬੱਚੇ ਨੂੰ ਪਹਿਲੇ 6 ਮਹੀਨੇ ਕੰਮ ਕਰਨ ਦੀ ਪਰਮਿਸ਼ਨ ਨਹੀਂ ਹੈ। ਲੇਕਿਨ ਬੱਚਾ ਕੀ ਕਰਦਾ, ਬੱਚਾ ਸੋਚਦਾ ਕਿ ਮੈਂ ਆਪਣੇ ਫੁੱਟਵੇਅਰ ਖਰਚੇ ਕਿਸ ਤਰ੍ਹਾਂ ਪੂਰੇ ਕਰਨੇ ਆ, ਉਹ ਉੱਥੇ ਇਲੀਗਲ ਕੰਮ ਕਰਦਾ, ਕਲਾਸਿਸ ਆਪਣੀਆਂ ਬੰਕ ਕਰਦਾ। ਜਦੋਂ ਕਲਾਸਿਸ ਬੰਕ ਕਰੇਗਾ ਤਾਂ ਨੈਚੁਰਲੀ ਪਾਸ ਨਹੀਂ ਹੋਏਗਾ, ਪਾਸ ਨਹੀਂ ਹੋਏਗਾ ਤੇ ਉਸ ਤੋਂ ਬਾਅਦ ਉਹਦੇ ਕੋਲ ਆਪਸ਼ਨ ਨਹੀਂ ਹੈ ਕਿ ਦੂਸਰੀ ਕੰਟਰੀ 'ਚ ਮੂਵ ਹੋ ਸਕੇ। ਸੋ ਬਜਾਏ ਇਹਦੇ ਜਿਹੜੇ 6 ਮਹੀਨੇ ਤੁਹਾਨੂੰ ਉੱਥੇ ਮੈਂ ਅਗਰ ਕਹਾਂਗਾ ਮੈਕਸਿਮਮ ਟੂ ਮੈਕਸਿਮਮ ਤੁਹਾਡੇ ਰਹਿਣ ਖਾਣ ਪੀਣ ਦਾ ਖਰਚਾ ਜਿਹੜਾ ਆਏਗਾ ਮੈਕਸਿਮਮ ਟੂ ਮੈਕਸਿਮਮ 1 ਲੱਖ ਰੁਪਇਆ। ਅਗਰ ਤੁਸੀਂ ਉੱਥੇ ਜਾ ਕੇ ਇਨਲੀਗਲ ਐਕਟੀਵਿਟੀਜ਼ ਇਨਵੋਲਵਮੈਂਟ ਨਹੀਂ ਹੁੰਦੇ, ਤੁਸੀਂ ਕੰਮ ਨਹੀਂ 6 ਮੰਥ ਦਾ ਸੋ ਤੁਸੀਂ ਅਗਰ 6 ਮਹੀਨੇ ਦਾ ਆਪਣਾ ਰਹਿਣ ਖਾਣ ਪੀਣ ਦਾ ਖਰਚਾ ਨਾਲ ਕੈਰੀ ਕਰਦੇ ਹੋ, ਆਪਣੀ ਸਟੱਡੀ ਨੂੰ ਫੋਕਸ ਕਰਦੇ ਹੋ, ਔਰ ਉਸ ਤੋਂ ਬਾਅਦ ਬੈਨੀਫਿਟ ਕੀ ਹੈ, ਫਿਰ ਮੈਂ ਕਿਉਂ ਪ੍ਰਮੋਟ ਕਰ ਰਿਹਾ ਸਿੰਗਾਪੁਰ ਨੂੰ। ਬਾਕੀ ਕੰਟਰੀਜ਼ ਦੇ ਵਿੱਚ ਡੂਇੰਗ ਸਟੱਡੀ ਤੁਹਾਨੂੰ 20 ਆਵਰ ਲੀਗਲੀ ਵਰਕ ਰਾਈਟਸ ਮਿਲਦੇ ਆ, ਸਿਰਫ ਕਿ ਹਫਤੇ ਦੇ 20 ਘੰਟੇ। ਹੁਣ ਸਿੰਗਾਪੁਰ ਦੇ ਬੈਨੀਫਿਟ ਕੀ ਹੈ ਇਹ ਸਮਝਣਾ, 6 ਮਹੀਨੇ ਤੁਹਾਨੂੰ ਲੀਗਲੀ ਵਰਕ ਰਾਈਟਸ ਨਹੀਂ ਹੈ, ਲੇਕਿਨ ਉਸ ਤੋਂ ਬਾਅਦ 6 ਮਹੀਨੇ ਦਾ ਤੁਹਾਨੂੰ ਫੁੱਲ ਟਾਈਮ ਵਰਕ ਪਰਮਿਟ ਹੈ। ਪੂਰੇ 6 ਮਹੀਨੇ ਬਾਅਦ ਤੁਸੀਂ ਸਟੱਡੀ ਨਹੀਂ ਕਰਨੀ, ਪੂਰੇ 6 ਮਹੀਨੇ ਦਾ ਤੁਹਾਨੂੰ ਵਰਕ ਪਰਮਿਟ ਹੈ। ਫਿਰ ਉਸ ਤੋਂ ਬਾਅਦ ਤੁਸੀਂ ਬਹੁਤ ਅੱਛਾ ਅਰਨ ਕਰ ਸਕਦੇ ਹੋ। ਜਿਹਦੇ ਯੂਨੀਵਰਸਿਟੀਜ਼ 'ਤੇ ਅਸੀਂ ਬੱਚਿਆਂ ਨੂੰ ਭੇਜ ਰਹੇ ਹਾਂ, ਕਾਲਜ ਅਸੀਂ ਬੱਚਿਆਂ ਨੂੰ ਭੇਜ ਰਹੇ ਹਾਂ ਜਿੱਥੇ ਬੱਚਿਆਂ ਨੂੰ ਔਨ ਜੋਬ ਟ੍ਰੇਨਿੰਗ ਮਿਲ ਰਹੀ ਹੈ, ਜਿੱਥੇ ਤੁਹਾਨੂੰ 6 ਮਹੀਨੇ ਦਾ ਵਰਕ ਪਰਮਿਟ ਮਿਲੇਗਾ, ਉੱਥੇ ਬੱਚਿਆਂ ਨੂੰ ਰਹਿਣ ਦਾ ਖਾਣ ਦਾ ਖਰਚਾ ਕਈ ਹਰ ਜਗ੍ਹਾ ਨਹੀਂ ਮੈਂ ਕਹਿ ਰਿਹਾ, ਲੇਕਿਨ ਕਈ ਜਗ੍ਹਾ ਤੇ ਫ੍ਰੀ ਆਫ ਕਾਸਟ ਹੈ ਤੇ ਕਈ ਜਗ੍ਹਾ ਤੇ ਤੁਹਾਨੂੰ ਉੱਥੇ ਸਿਰਫ ਖਾਣਾ ਤੁਹਾਨੂੰ ਫ੍ਰੀ ਆਫ ਕਾਸਟ ਮਿਲੇਗਾ। ਸੋ ਇਦਾਂ ਦੀਆਂ ਬਹੁਤ ਸਾਰੀਆਂ ਆਪਸ਼ਨ ਆ। ਕਈ ਯੂਨੀਵਰਸਿਟੀ ਸਾਡੇ ਕੋਲ ਇਸ ਤਰ੍ਹਾਂ ਦੀਆਂ ਨੇ, ਕਾਲਜ ਇਸ ਤਰ੍ਹਾਂ ਦੇ ਨੇ ਜਿਹਨਾਂ ਦੇ ਪਾਰਥ ਵੀ ਅੱਗੇ ਹੈਗਾ ਯੂਕੇ 'ਚ। ਅਗਰ ਤੁਸੀਂ ਉਸ ਹੀ ਕਾਲਜ ਦੇ ਵਿੱਚ ਅਪਲਾਈ ਕਰੋਗੇ, ਮੈਡਮ ਦਾ ਕਹਿਣਾ ਕਿ ਇਸ ਤਰ੍ਹਾਂ ਹੁੰਦਾ ਨਹੀਂ। ਮੈਂ ਸੋ ਕਲੀਅਰ ਬੱਚਿਆਂ ਨੂੰ ਕਹਾਂਗਾ ਜੋ ਤੁਸੀਂ ਅਪਲਾਈ ਕਰਦੇ ਹੋ ਉਦੋਂ ਹੀ ਜਿਸ ਵੀ ਕੰਸਲਟੈਂਟ ਤੋਂ ਅਪਲਾਈ ਕਰ ਰਹੇ ਹੋ ਉਹਦਾ ਤੁਹਾਨੂੰ ਬੈਨੀਫਿਟ ਕੀ ਹੈ, ਤੁਸੀਂ ਕਿਸ ਤਰ੍ਹਾਂ ਬਚ ਸਕਦੇ ਹੋ ਕਿ ਗਲਤ ਤੁਹਾਡੇ ਨਾਲ ਨਾ ਹੋ ਪਾਏ, ਤੁਹਾਡਾ ਪੈਸੇ ਦਾ ਲਾਸ ਨਾ ਹੋਵੇ। ਪਹਿਲੇ ਹੀ ਉਸ ਕਾਲਜ ਤੋਂ ਕਨਫਰਮ ਕਰੋ ਕਿ ਉਸ ਕਾਲਜ ਦੇ ਟਾਈ ਅਪ ਅੱਗੇ ਯੂਕੇ ਜਾਂ ਆਸਟ੍ਰੇਲੀਆ ਜਾਂ ਕੈਨੇਡਾ ਕਿਸ ਕੰਟਰੀ ਦੇ ਨਾਲ ਉਹਨਾਂ ਦੇ ਟਾਈ ਅਪਸ ਹੈ, ਔਰ ਯੂਨੀਵਰਸਿਟੀ ਜਾਂ ਕਾਲਜ ਜਦੋਂ ਤੁਹਾਨੂੰ ਦੱਸੇਗੀ ਕਿ ਮੇਰੇ ਇਸ ਕਾਲਜ ਦੇ ਨਾਲ ਟਾਈ ਅਪ ਹੈ, ਡੈਫੀਨਿਟਲੀ ਉਹ ਜੈਨੂਇਨ ਹੋਏਗਾ। ਉਹਨਾਂ ਦੀ ਵੈਬਸਾਈਟ ਤੇ ਜਾ ਕੇ ਵੀ ਤੁਸੀਂ ਚੈੱਕ ਕਰ ਸਕਦੇ ਹੋ। ਜੀ ਬਿਲਕੁਲ ਜੀ ਬਿਲਕੁਲ, ਪ੍ਰੋਪਰ ਤਰੀਕੇ ਦੇ ਨਾਲ ਕਿਸੇ ਵੀ ਕੰਟਰੀ 'ਚ ਜਾਂਦੇ ਹੋ, ਜੇ ਤੁਸੀਂ ਪੂਰੇ ਚੰਗੇ ਤਰੀਕੇ ਦੇ ਨਾਲ ਰਹੋਗੇ ਤਾਂ ਆਬਵੀਅਸ ਹੈ ਕਿ ਸੈਟਲਮੈਂਟ ਹੋਏਗੀ। ਇੰਡੀਆ 'ਚ ਵੀ ਬਹੁਤ ਲੋਕਾਂ ਦੀ ਸੈਟਲਮੈਂਟ ਹੁੰਦੀ ਹੈ। ਇੰਡੀਆ 'ਚ ਇਹ ਵੀ ਹੈਗੇ ਨੇ ਕਿ 5000 ਮਹੀਨਾ ਨਹੀਂ ਮਿਲਦਾ, ਦੂਜੇ ਪਾਸੇ ਆਪਾਂ 5 ਲੱਖ ਵੀ ਕਮਾ ਲੈਣੇ ਹੈਗੇ ਨਾ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕੌਣ ਗੱਲ ਕਰ ਰਹੇ ਹੋ? ਸ਼ੁਭਮ ਗੱਲ ਕਰ ਰਿਹਾ ਜੀ। ਸ਼ੁਭਮ ਕਿੱਥੋਂ ਗੱਲ ਕਰ ਰਹੇ ਹੋ? ਕੀ ਸਵਾਲ ਹੈ? ਮੈਂ ਵਰਕ ਪਰਮਿਟ ਦਾ ਪੁੱਛ ਰਿਹਾ ਜੀ। ਵਰਕ ਪਰਮਿਟ ਕਰਦੇ ਹੋ ਜੀ? ਵਰਕ ਪਰਮਿਟ ਤਾਂ ਨਹੀਂ ਜੀ। ਸੋ ਜ਼ਰੂਰ ਮੈਂ ਕਹਿਣਾ ਚਾਹਾਂਗਾ, ਦੇਖੋ ਵਰਕ ਪਰਮਿਟ ਇਸ ਸਾਈਨ ਓਵਰਸੀਜ਼ ਡੀਲ ਨਹੀਂ ਕਰਦੀ। ਅਗਰ ਤੁਸੀਂ ਵਰਕ ਪਰਮਿਟ ਦੀ ਬਜਾਏ ਅਗਰ ਮੇਰੇ ਅਕੋਰਡਿੰਗ ਅਗਰ ਤੁਹਾਡੇ ਸਪਾਊਸ ਦੀ ਆਇਲਸ ਹੈ, ਤੁਸੀਂ ਨਾਲ ਡਿਪੈਂਡੈਂਟ ਵੀਜ਼ੇ ਤੇ ਜਾ ਸਕਦੇ ਹੋ ਜਿਹਦੇ ਵਿੱਚ ਤੁਹਾਨੂੰ ਫੁੱਲ ਟਾਈਮ ਵਰਕ ਰਾਈਟਸ ਮਿਲਣਗੇ। ਸੋ ਯੂਕੇ ਇੱਕ ਐਸੀ ਕੰਟਰੀ ਹੈ ਜਿਹਦੇ 'ਚ ਅਗਰ ਤੁਹਾਡੀ 1 ਦਿਨ ਪੁਰਾਣੀ ਮੈਰਿਜ 1 ਡੇ 올ਡ ਮੈਰਿਜ ਹੈ ਤਦ ਵੀ ਤੁਸੀਂ ਆਪਣੇ ਸਪਾਊਸ ਨੂੰ ਵਰਕ ਪਰਮਿਟ ਤੇ ਹੀ ਨਾਲ ਲੈ ਕੇ ਜਾ ਸਕਦੇ ਹੋ। ਓਕੇ ਜੀ, ਸੋ ਨੈਕਸਟ ਕਾਲਰ ਹੀ ਲੈਣੇ ਆ ਫਿਲਹਾਲ। ਹੈਲੋ, ਸਤਿ ਸ਼੍ਰੀ ਅਕਾਲ ਜੀ, ਕੌਣ ਗੱਲ ਕਰ ਰਹੇ ਹੋ? ਸ਼ੁਭਮ ਗੱਲ ਕਰ ਰਿਹਾ, ਤੁਸੀਂ ਕਾਲ ਹੀ ਕਰਤੀ। ਜੀ ਵਰਕ ਪਰਮਿਟ ਅਸੀਂ ਤੁਹਾਨੂੰ ਕਿਹਾ ਸੀ ਕਿ ਵਰਕ ਪਰਮਿਟ ਦੇ ਨਾਲ ਡੀਲ ਸਾਈਨ ਓਵਰਸੀਜ਼ ਨਹੀਂ ਕਰਦਾ। ਵਰਕ ਤੋਂ ਇਲਾਵਾ ਕੋਈ ਹੋਰ ਕੀ ਕਰ ਕੀ ਪ੍ਰੋਫਾਈਲ ਕੀ ਹੈ ਤੁਹਾਡਾ? ਮੈਂ ਪਲੱਸ 2 2015 ਚ ਕੀਤੀ ਹੈ ਮੇਰੇ। ਓਕੇ, ਠੀਕ ਹੈ। 80% ਹੈ ਜੀ ਮੇਰੇ। ਠੀਕ ਹੈ। ਤੇ ਬੀਏ ਕੀਤੀ ਹੈ 2019 ਚ। ਠੀਕ ਹੈ। ਤੇ 3% ਹੈਗੇ ਜੀ ਉਹਦੇ ਚ। ਠੀਕ ਹੈ। ਆਇਲਸ ਕਰ ਲਿਆ ਤੁਸੀਂ? ਨਹੀਂ ਮੈਂ ਆਇਲਸ ਨਹੀਂ ਕੀਤੀ ਹੈਗੀ, 3 ਸਾਲ ਦਾ ਮੇਰਾ ਗੈਪ ਵੀ ਹੈਗਾ ਜੀ। ਹਾਂ, ਗੈਪ 'ਚ ਨੌਕਰੀ ਕੀਤੀ ਸੀ? ਤੁਸੀਂ ਸਿੰਗਲ ਅਪਲਾਈ ਕਰਨਾ ਚਾਹ ਰਹੇ ਹੋ? ਸਪਾਊਸ ਸਿੰਗਲ ਹੋ? ਸਿੰਗਲ ਹੋ ਕਿ ਸਪਾਊਸ ਜਾਣਾ ਹੈ? ਸਿੰਗਲ ਹੀ ਹੈ ਜੀ। ਸਿੰਗਲ ਹੋ। ਪਲੱਸ 2 ਚ ਕਿੰਨੇ % ਨੰਬਰ ਆਏ ਸੀ? ਇੰਗਲਿਸ਼ ਚ ਕਿੰਨੇ? ਇੰਗਲਿਸ਼ ਵਿੱਚ ਮੇਰੇ ਹੈਗੇ ਜੀ 60%। 60%। ਹੁਣ ਕਿਹੜੀ ਕੰਟਰੀ ਚ ਜਾਣਾ ਤੁਸੀਂ? ਮੈਮ ਕਿੱਥੇ ਹੋ ਸਕਦਾ ਮੇਰਾ, ਤੁਸੀਂ ਦੱਸ ਦਿਓ ਨਾ। ਠੀਕ ਹੈ ਜੀ, ਟੀਵੀ ਸਕਰੀਨ ਤੇ ਆਨਸਰ ਸੁਣ ਲਓ ਤੁਸੀਂ। ਜੀ ਸਰ। ਜੇ ਹਜੇ ਵੀ ਬੱਚਿਆਂ 'ਚ ਇਹ ਚੀਜ਼ ਹੈਗੀ ਹੈ ਕਿ ਤੁਸੀਂ ਦੱਸੋ ਕਿੱਥੇ ਹੋ ਸਕਦਾ, ਕਿਉਂਕਿ ਮੈਕਸਿਮਮ ਬੱਚੇ ਅੱਜ ਖੁਦ ਉਹਨਾਂ ਨੂੰ ਪਤਾ ਹੈ ਕਿ ਸਾਡੇ ਇਹ ਪਰਸੈਂਟੇਜ ਹੈ ਇੰਗਲਿਸ਼ ਦੇ ਵਿੱਚ, ਅਸੀਂ ਆਇਲਸ ਕੀਤੀ ਹੈ, ਵਿਦਆਊਟ ਆਇਲਸ ਹੈ, ਸਾਡੀ ਕਿਸ ਕੰਟਰੀ ਦੀ ਐਲੀਜੀਬਿਲਟੀ ਬਣ ਰਹੀ ਹੈ।
ਸੋ 60% ਦੇ ਨਾਲ ਹਾਂ ਅਗਰ ਤੁਸੀਂ ਇਹੀ ਚੀਜ਼ ਹੈ ਕਿ ਮੈਂ ਜਿਹੜਾ ਕਹਿਣਾ ਹੁੰਦਾ ਜਦੋਂ ਟਾਈਮ ਹੈ ਜਦੋਂ ਕੋਈ ਕੰਟਰੀ ਵੀਜ਼ਾ ਦੇ ਰਹੀ ਹੈ ਉਸ ਟਾਈਮ ਅਪਲਾਈ ਕਰੋ। ਅਗਰ ਇਹੀ ਪ੍ਰੋਫਾਈਲ ਸਾਡੇ ਕੋਲ ਸਾਲ ਡੇਢ ਸਾਲ ਪਹਿਲੇ ਹੁੰਦੀ ਤਾਂ ਡੈਫੀਨਿਟਲੀ 60% ਦੇ ਨਾਲ ਵੀਜ਼ਾ ਆ ਰਹੇ ਸੀ, ਲੇਕਿਨ ਅੱਜ ਯੂਨੀਵਰਸਿਟੀ 65% ਦੇ ਨਾਲ ਅਸੈਪਟ ਕਰ ਰਹੀ ਹੈ। ਹਾਂ ਇਹ ਬੱਚਾ ਅਗਰ ਆਇਲਸ ਕਰੇਗਾ ਤਾਂ ਡੈਫੀਨਿਟਲੀ ਵੀਜ਼ਾ ਜ਼ਰੂਰ ਮਿਲੇਗਾ। ਗ੍ਰੈਜੂਏਸ਼ਨ ਤੋਂ ਬਾਅਦ ਅਗਰ ਬੱਚੇ ਦਾ ਗੈਪ ਹੈ 8 10 5 7 ਸਾਲ ਦਾ ਕੋਈ ਪ੍ਰੋਬਲਮ ਨਹੀਂ ਹੈ। ਸਿੰਗਲ ਅਪਲਾਈ ਕਰਨਾ, ਸਪਾਊਸ ਅਪਲਾਈ ਕਰਨਾ, ਵਿਦ ਚਾਈਲਡ ਅਪਲਾਈ ਕਰਨਾ ਹੈ, ਕੋਈ ਪ੍ਰੋਬਲਮ ਨਹੀਂ ਹੈ। ਅੱਜ ਆਸਟ੍ਰੇਲੀਆ ਤੋਂ ਬਾਅਦ ਯੂਕੇ ਹੀ ਐਸੀ ਕੰਟਰੀ ਹੈ ਜਿੱਥੇ ਕਿ ਸਭ ਤੋਂ ਜ਼ਿਆਦਾ ਸਪਾਊਸ ਵੀਜ਼ਾ ਅਪਲਾਈ ਹੋ ਰਿਹਾ। ਸੋ ਅਗਰ ਮੈਂ ਆਪਣੀ ਕੰਪਨੀ ਦੀ ਗੱਲ ਕਰਾਂ ਪਿਛਲੇ ਟਾਈਮ ਤੋਂ ਜਿੰਨਾ ਸਪਾਊਸ ਵੀਜ਼ਾ, ਮੈਂ ਵੈਰੀ ਫਰੈਂਕਲੀ ਟੂ ਸੇ ਦੈਟ ਕਿ ਜਿੰਨਾ ਵੀਜ਼ਾ ਸਾਈ ਓਵਰਸੀਜ਼ ਨੇ ਦਿਖਾਇਆ, ਮੈਂ ਚੈਲੰਜ ਨਾ ਕਹਿ ਸਕਦਾ ਕਿ ਪੂਰੇ ਪੰਜਾਬ ਵਿੱਚ ਸਪਾਊਸ ਵੀਜ਼ਾ ਕਿਸੇ ਵੀ ਕੰਸਲਟੈਂਟ ਨੇ ਇੰਨਾ ਆਪਣੇ ਇੰਸਟਾਗ੍ਰਾਮ ਜਾਂ YouTube ਤੇ ਜਾਂ ਫੇਸਬੁੱਕ ਤੇ ਜਾਂ ਆਨਲਾਈਨ ਨਹੀਂ ਦਿਖਾਇਆ। ਸੋ ਇਹੀ ਰੀਜ਼ਨ ਹੈ ਕਿ ਤੁਸੀਂ ਸਿੰਗਲ ਜਾਂ ਸਪਾਊਸ ਅਪਲਾਈ ਕਰਨਾ ਚਾਹ ਰਹੇ ਹੋ, ਤੁਹਾਨੂੰ ਕੋਈ ਪੈਸੇ ਦਾ ਰਿਸਕ ਹੈ, ਕਿਸੇ ਤਰ੍ਹਾਂ ਦੀ ਕੋਈ ਇਨਫੋਰਮੇਸ਼ਨ ਚਾਹੀਦੀ ਹੈ, ਤੁਸੀਂ ਫੰਡ ਕਿਸ ਤਰ੍ਹਾਂ ਸ਼ੋਅ ਕਰ ਸਕਦੇ ਹੋ, ਆਪਣੇ ਫੰਡ ਕਿੱਦਾਂ ਦਿਖਾ ਸਕਦੇ ਹੋ, ਕਿਸੇ ਫਾਈਨੈਂਸਰ ਨੂੰ ਲੱਖਾਂ ਰੁਪਏ ਪੇ ਕਰਨ ਦੀ ਤੁਹਾਨੂੰ ਲੋੜ ਨਹੀਂ ਹੈ। ਤੁਸੀਂ ਪੇਮੈਂਟ ਵੀਜ਼ਾ ਲੱਗਣ ਤੋਂ ਬਾਅਦ ਕਰਨਾ ਚਾਹ ਰਹੇ ਹੋ ਤਾਂ ਤੁਹਾਡੇ ਕੋਲ ਇੱਕ ਸਾਈ ਓਵਰਸੀਜ਼ ਬੈਸਟ ਆਪਸ਼ਨ ਹੈ। ਤੁਸੀਂ ਇੱਕ ਵਾਰੀ ਆ ਕੇ ਆਪਣੇ ਪੇਰੈਂਟਸ ਦੇ ਨਾਲ ਓਰੀਜਨਲ ਡਾਕੂਮੈਂਟਸ ਲੈ ਕੇ ਇੱਕ ਵਾਰੀ ਕਾਉਂਸਲਿੰਗ ਲਓ, ਫਿਰ ਜਿੱਥੋਂ ਤੁਹਾਡਾ ਮਾਈਂਡ ਬਣੇਗਾ ਮੈਂ ਕਹਾਂਗਾ ਡੈਫੀਨਿਟਲੀ ਤੁਸੀਂ ਉੱਥੇ ਅਪਲਾਈ ਕਰੋ, ਲੇਕਿਨ ਕਿਸੇ ਵੀ ਜਗ੍ਹਾ ਅਪਲਾਈ ਕਰਨ ਤੋਂ ਪਹਿਲੇ ਇੱਕ ਵਾਰੀ ਸਾਈ ਓਵਰਸੀਜ਼ ਜ਼ਰੂਰ ਵਿਜ਼ਿਟ ਕਰੋ। ਬਿਲਕੁਲ ਜੀ ਬਿਲਕੁਲ। ਨੰਬਰ ਆ ਗਏ ਨੇ ਸਾਈ ਓਵਰਸੀਜ਼ ਦੇ, ਜੇਕਰ ਤੁਹਾਡੀਆਂ ਕਾਲਸ ਨਹੀਂ ਲੱਗ ਪਈਆਂ ਜਾਂ ਕਾਲ ਨਹੀਂ ਕੀਤੀ ਕੋਈ ਗੱਲ ਨਹੀਂ, ਟੈਨਸ਼ਨ ਲੈਣ ਦੀ ਲੋੜ ਨਹੀਂ ਜੀ। ਨੰਬਰ ਤੁਹਾਡੇ ਕੋਲ ਆ ਗਏ ਨੇ, ਤੁਸੀਂ ਜਦੋਂ ਮਰਜ਼ੀ ਇਹਨਾਂ ਨੰਬਰ ਤੇ ਫੋਨ ਕਰ ਸਕਦੇ ਹੋ। ਜਲੰਧਰ ਦੇ ਵਿੱਚ ਆਫਿਸ ਹੈਗਾ, ਆਫਿਸ ਦੇ ਵਿੱਚ ਵੀ ਵਿਜ਼ਿਟ ਜ਼ਰੂਰ ਕਰੋ। ਸੋ ਕਿੰਜਵਾ ਪ੍ਰਦੇਸ਼ ਦੇ ਨਾਲ ਬਣੇ ਰਹੋ। 1:30 ਵਜੇ ਤੁਸੀਂ ਇਸ ਦਾ ਰਿਪੀਟ ਟੈਲੀਕਾਸਟ ਦੇਖ ਸਕਦੇ ਹੋ। ਸਾਡੇ ਫੇਸਬੁੱਕ ਪੇਜ ਕਿੰਜਵਾ ਪ੍ਰਦੇਸ਼ ਤੇ ਵੀ ਸ਼ੋਅ ਦੇਖ ਸਕਦੇ ਹੋ। ਉੱਥੇ ਜੇ ਤੁਹਾਡੇ ਸਵਾਲ ਰਹਿ ਗਏ ਨੇ, ਫੋਨ ਨਹੀਂ ਮਿਲ ਪਾਉਂਦਾ, ਉੱਥੇ ਕਮੈਂਟ ਜ਼ਰੀਏ ਵੀ ਆਪਣੇ ਸਵਾਲ ਰੱਖੋ, ਅਸੀਂ ਜ਼ਰੂਰ ਸਰ ਤੱਕ ਪਹੁੰਚਾਵਾਂਗੇ। ਸਤਿ ਸ਼੍ਰੀ ਅਕਾਲ। ਸੋ ਥੈਂਕ ਯੂ ਸੋ ਮਚ। ਥੈਂਕ ਯੂ ਵੈਰੀ ਮਚ।